ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲੋਂ ਸਿਆਸੀ ਮਾਨ ਸਰਦਾਰ ਰਾਮ ਸਿੰਘ ਧਾਲੀਵਾਲ ਜੀ ਮੌਜੂਦ ਨੇ। ਅਸੀਂ ਗੱਲਬਾਤ ਕਰਾਂਗੇ ਕੁਝ ਅਹਿਮ ਖਬਰਾਂ ਤੇ ਅਹਿਮ ਮੁੱਦਿਆਂ ਦੇ ਉੱਤੇ। ਸਵਾਗਤ ਹੈ ਤੁਹਾਡਾ ਸਰਦਾਰ ਰਾਮ ਸਿੰਘ ਜੀ। ਬਹੁਤ ਮਿਹਰਬਾਨੀ ਜੀ। ਸਤਿ ਸ੍ਰੀ ਅਕਾਲ। ਤੁਹਾਡੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਜ ਤੋਂ ਮੌਨਸੂਨ ਜਿਹੜਾ ਸੈਸ਼ਨ ਹੈ, ਇਜਲਾਸ ਹੈ, ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਸਾਹਿਬ ਆਏ, ਜੋ ਕੁਝ ਉਹਨਾਂ ਨੇ ਮੀਡੀਆ 'ਚ ਕਿਹਾ, ਉਹ ਕਹਿੰਦੇ ਕਿ ਕਾਫੀ ਕ੍ਰੋਧ ਮੇਰੇ ਅੰਦਰ, ਗੁੱਸਾ ਜਿਹੜਾ ਉਹ ਕਾਫੀ ਭਰਿਆ ਹੋਇਆ। ਜੋ ਮਨੀਪੁਰ ਦੇ ਵਿੱਚ ਜੋ ਕੁਝ ਵਾਪਰਿਆ, ਔਰਤਾਂ ਨੂੰ ਜਿਹੜਾ ਨਗਨ ਅਵਸਥਾ ਦੇ ਵਿੱਚ ਉਹਨਾਂ ਨੂੰ ਘੁਮਾਇਆ ਗਿਆ, ਜਾਂ ਜੋ ਕੁਝ ਵੀ ਉੱਥੇ ਜਿਹੋ ਜਿਹੀਆਂ ਘਟਨਾਵਾਂ, ਜਾਂ ਪਿਛਲੇ 1.5 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ, ਜੋ ਕੁਝ ਉੱਤੇ ਮਾਫ ਕਰਨਾ 2 ਮਹੀਨੇ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ, ਜਿਸ ਤਰ੍ਹਾਂ ਦੀਆਂ ਉੱਥੇ ਹਿੰਸਕ ਕਾਰਵਾਈਆਂ ਹੋ ਰਹੀਆਂ, ਜਾਂ ਸਾਰਾ ਕੁਝ ਕੰਟਰੋਲ ਤੋਂ ਬਾਹਰ ਹੋ ਚੁੱਕਿਆ। ਇਸ ਤੋਂ ਇਲਾਵਾ ਉਹਨਾਂ ਨੇ ਸਹਿਯੋਗ ਦੀ ਮੰਗ ਕੀਤੀ ਆ ਕਿ ਸਾਰੀਆਂ ਜਿਹੜੀਆਂ ਧਿਰਾਂ ਨੇ ਉਹ ਸਾਨੂੰ ਸਹਿਯੋਗ ਦੇਣ, ਪਰ ਬਾਕੀ ਧਿਰਾਂ ਜਿਹੜੀਆਂ ਜਿਵੇਂ ਐਨਡੀਏ ਬਨਾਮ ਇੰਡੀਆ ਬਣਿਆ, ਤੇ ਉਹ ਵੀ ਆਪਣਾ ਮਸ਼ਕਾਂ ਤਿਆਰ ਕਰਕੇ ਬੈਠੀਆਂ ਕਿ ਗਾਹ ਕਿਵੇਂ ਅੱਗੇ ਕਰਨਾ। ਹਾਲਾਂਕਿ ਅੱਜ ਦੀ ਕਾਰਵਾਈ ਜਾਂ ਅੱਗੇ ਜਾ ਕੇ ਕਿਸ ਤਰ੍ਹਾਂ ਹੋਏਗਾ, ਕਿਹੜੇ ਕਿਹੜੇ ਬਿੱਲ ਲੈ ਕੇ ਆਉਣੇ ਨੇ, ਇਹ ਸਭ ਨੂੰ ਲੈ ਕੇ, ਕਿਉਂਕਿ ਇਹ 2024 ਦੇ ਵਿੱਚ ਲੋਕ ਸਭਾ ਦੀਆਂ ਇਲੈਕਸ਼ਨ ਨੇ, ਇਸ ਕਰਕੇ ਸਰਕਾਰ ਇਸ ਮੌਨਸੂਨ ਸੈਸ਼ਨ ਨੂੰ ਕਾਫੀ ਅਹਿਮ ਮੰਨ ਕੇ ਚੱਲ ਰਹੀ ਹੈ ਕਿ ਇਹਦੇ ਸਿਰ ਦੇ ਉੱਤੇ ਹੀ ਅੱਗੇ ਚੋਣਾਂ ਲੜਨੀਆਂ, ਜਾਂ ਉਹਦੇ ਵਿੱਚ ਜਾ ਕੇ ਅਸੀਂ ਕਿਵੇਂ ਦਾ ਪ੍ਰਚਾਰ ਕਰਨਾ। ਰਣ ਸਿੰਘ ਜੀ, ਮੈਂ ਚਾਹਾਂਗਾ ਕਿ ਅਸੀਂ ਸ਼ੁਰੂਆਤ ਇਸੇ ਤੋਂ ਕਰੀਏ ਕਿ ਜੋ ਸਿਨੈਰੀਓ ਬਣ ਰਿਹਾ, ਜਿਸ ਤਰੀਕੇ ਨਾਲ ਮੋਦੀ ਸਾਹਿਬ ਬੀਤੇ ਦਿਨਾਂ ਦੇ ਵਿੱਚ ਆ ਕੇ ਜੋ ਉਹਨਾਂ ਨੇ ਸੰਬੋਧਨ ਕੀਤੇ, ਜੋ ਉਹਨਾਂ ਨੇ ਭਾਸ਼ਣ ਦਿੱਤੇ, ਜਾਂ ਜੋ ਕੁਝ ਉਹਨਾਂ ਨੇ ਐਨਡੀਏ ਦੀ ਮੀਟਿੰਗ ਦੇ ਵਿੱਚ ਕਿਹਾ, ਤੇ ਜੋ ਕੁਝ ਹੁਣ ਕਿਹਾ, ਕੀ ਇਹ ਮੰਨ ਲਿਆ ਜਾਵੇ ਕਿ ਬੀਜੇਪੀ ਇਸ ਸਭ ਤੋਂ ਬਹੁਤ ਘਬਰਾਹਟ ਦੇ ਵਿੱਚ, ਜਾਂ ਉਸ ਕਿਸਮ ਦੀ ਸਥਿਤੀ ਦੇ ਵਿੱਚ ਆ ਕਿ 2024 ਦੇ ਨਾਲ ਕਿਵੇਂ ਨਜਿੱਠਿਆ ਜਾਵੇ? ਕੀ ਹਮਲਾਵਰ ਹੋ ਕੇ ਨਜਿੱਠਿਆ ਜਾਵੇ, ਜਾਂ ਕਿਵੇਂ ਲੋਕਾਂ ਦਾ ਭਰੋਸਾ ਜਿਹੜਾ ਲੋਕਾਂ ਦੇ ਵਿੱਚ ਆਪਣਾ ਬਹਾਲ ਕੀਤਾ ਜਾਵੇ? ਕੀ ਰਾਹ ਕੱਢਣਗੇ? ਦੇਖੋ, ਇੱਕ ਤੇ ਜਿਹੜੀ ਮਨੀਪੁਰ ਦੀ ਘਟਨਾ ਤੁਸੀਂ ਟੱਚ ਕੀਤੀ ਹੈ, ਉਹ ਘਟਨਾ ਆਪਣੇ ਆਪ 'ਚ ਬਹੁਤ ਹੀ ਪੂਰੇ ਮੁਲਕ ਨੂੰ ਸ਼ਰਮਸ਼ਾਰ ਕਰਦੀ ਹੈ, ਦੁਨੀਆ ਦੇ ਹਰ ਇੱਕ ਇਨਸਾਨ ਨੂੰ ਸ਼ਰਮਸ਼ਾਰ ਕਰਦੀ ਹੈ, ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੀ ਹੈ। ਪਰੰਤੂ ਜਦੋਂ ਦੇਖਿਆ ਜਾਵੇ ਕਿ 2 ਮਹੀਨਿਆਂ ਤੋਂ ਲਗਭਗ ਕਹਿ ਲਓ, ਜਾਂ ਇਸ ਤੋਂ ਵੱਧ ਥੋੜਾ ਸਮੇਂ ਤੋਂ, ਜੋ ਕੁਝ ਮਨੀਪੁਰ ਦੇ ਵਿੱਚ ਹੋ ਰਿਹਾ ਹੈ, ਇੱਕ ਫਿਰਕੇ ਤੇ ਦੂਜੇ ਫਿਰਕੇ ਦੇ ਵਿੱਚ ਜਿਸ ਕਿਸਮ ਦਾ ਖੂਨ ਵਗਿਆ ਜਾਂ ਮੌਤਾਂ ਹੋਈਆਂ ਨੇ, ਤਸ਼ੱਦਦ ਹੋਇਆ ਹੈ, ਉਸ ਦੇ ਵਿੱਚ ਸਰਕਾਰੀ ਮਸ਼ੀਨਰੀ ਦਾ ਰੋਲ ਬਹੁਤ ਹੀ ਨਿਗੁਣਾ ਰਿਹਾ ਹੈ। ਉਹਦੀ ਇੱਕ ਗਿਣਤੀਯੋਗ ਨਹੀਂ, ਕਿਤੇ ਕਿਤੇ ਦਿਖਾਈ ਨਹੀਂ ਦੇ ਰਿਹਾ। ਇਹ ਹੁਣ ਵਾਲੀ ਘਟਨਾ ਵਿੱਚ ਵੀ ਜਿਹੜੀ ਵੀਡੀਓ ਵਾਇਰਲ ਹੋਈ ਹੈ, ਇਹਦੇ ਵਿੱਚ ਵੀ ਪੁਲਿਸ ਦੇ ਖੜੇ ਤੋਂ ਉਹ ਔਰਤਾਂ ਨੂੰ ਖਿੱਚ ਕੇ ਲੈ ਕੇ ਗਏ ਨੇ, ਜਿਹੜੇ ਵੀ ਦਰਿੰਦੇ ਕੋਈ ਵੀ ਹੋਣ ਚਾਹੇ ਉਹ, ਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ। ਇਹ ਬਹੁਤ ਹੀ ਮਾੜੀ ਗੱਲ ਹੈ। ਔਰ ਇਸ ਦੇ ਉੱਤੇ ਜੇ ਆਪਾਂ ਕਹੀਏ ਕਿ ਪ੍ਰਧਾਨ ਮੰਤਰੀ ਜੀ ਉਦੋਂ ਬੋਲੇ ਨੇ, ਮਤਲਬ ਪਾਣੀ ਸਿਰੋਂ ਲੰਘਣਾ ਛੋਟੀ ਗੱਲ ਰਹਿ ਜਾਂਦੀ ਹੈ। ਇਹਦੇ ਲਈ ਕੋਈ ਸ਼ਬਦ ਨਹੀਂ ਮਿਲੇ ਜਿਹੜਾ ਜਿਸ ਕਿਸਮ ਦੀ ਇਹ ਘਟਨਾ ਹੈ ਨਾ। ਔਰ ਜੇ ਇਹ ਘਟਨਾ ਕੱਲੀ ਹੋਈ ਹੁੰਦੀ ਫਿਰ ਹੋਰ ਤਰ੍ਹਾਂ ਦੀ ਹੁੰਦੀ ਹੈ। ਮਤਲਬ ਜਦੋਂ ਲਗਾਤਾਰ ਤਸ਼ੱਦਦ ਚੱਲ ਰਿਹਾ ਹੈ, ਜਦੋਂ ਐਕਸਪੈਕਟ ਕੀਤਾ ਜਾਂਦਾ ਵੀ ਏਦਾਂ ਦੀ ਵੀ ਕੋਈ ਬੁਰੀ ਗੱਲ ਹੋ ਸਕਦੀ ਹੈ, ਤੇ ਤੁਸੀਂ ਉਹਨੂੰ ਵੇਟ ਕਰੋ ਕਿ ਜਦੋਂ ਬੁਰੀ ਹੋਊਗੀ ਉਸ ਤੋਂ ਬਾਅਦ ਸਰਕਾਰ ਬੋਲੇਗੀ, ਇਹ ਆਪਣੇ ਆਪ 'ਚ ਬਹੁਤ ਹੀ ਮਾੜੀ ਗੱਲ ਹੈ। ਸਰਕਾਰ ਨੂੰ ਆਪਦਾ ਰੋਲ ਨਿਭਾਉਣਾ ਚਾਹੀਦਾ ਹੈ। ਗ੍ਰਹਿ ਮੰਤਰੀ ਨੂੰ, ਪ੍ਰਧਾਨ ਮੰਤਰੀ ਨੂੰ ਉੱਥੇ ਚੱਕਰ ਲਾਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਤਾਂ ਆਪਣੀਆਂ ਸਰਕਾਰਾਂ ਦਾ ਜੋੜ ਤੋੜ ਕਰਦੇ, ਗ੍ਰਹਿ ਮੰਤਰੀ ਮਤਲਬ ਇਹਨਾਂ ਨੂੰ ਜਦੋਂ ਪਹਿਲਾਂ ਵੀ ਇਹ ਖਬਰ ਲੱਗੀ, ਮੀਡੀਆ 'ਚ ਵੀ ਆਈ, ਸੋਸ਼ਲ ਮੀਡੀਆ ਤੋਂ, ਕਿ ਮੱਧ ਪ੍ਰਦੇਸ਼ ਜਾਣ ਦਾ ਪ੍ਰਧਾਨ ਮੰਤਰੀ ਨੂੰ ਬੇਲ ਮਿਲ ਗਿਆ, ਮਨੀਪੁਰ ਜਾਣ ਦਾ ਨਹੀਂ ਮਿਲਿਆ। ਪਰੰਤੂ ਫਿਰ ਵੀ ਬੋਲੇ, ਚੰਗੀ ਗੱਲ ਹੈ। ਚੰਗਾ ਹੁੰਦਾ ਜੇ ਇਹ ਮੈਸੇਜ ਸਰਕਾਰ ਪਹਿਲਾਂ ਦਿੰਦੀ ਕਿ ਅਸੀਂ ਸਖਤ ਹਾਂ। ਮੈਂ ਇਸ ਦੇ ਨਾਲ ਇੱਕ ਹੋਰ ਗੱਲ ਥੋੜੀ ਜਿਹੀ ਕਰੂੰਗਾ। ਜਿਸ ਕਿਸਮ ਨਾਲ ਅੱਜ ਪ੍ਰਧਾਨ ਮੰਤਰੀ ਜੀ ਨੇ ਦੁੱਖ ਜ਼ਾਹਰ ਕੀਤਾ ਹੈ ਉਹਨਾਂ ਔਰਤਾਂ ਦੀ ਬੇਪਤੀ ਹੋਣ ਤੇ, ਚੰਗਾ ਹੁੰਦਾ ਪ੍ਰਧਾਨ ਮੰਤਰੀ ਜੀ ਇਹੀ ਦੁੱਖ ਮਹਿਲਾ ਪਹਿਲਵਾਨਾਂ ਦੇ ਸਮੇਂ ਜ਼ਾਹਰ ਕਰਦੇ, ਮੁਲਕ ਨੂੰ ਇੱਕ ਪਹਿਲਾਂ ਹੀ ਸਿਗਨਲ ਚਲਿਆ ਜਾਂਦਾ ਕਿ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਦੀ ਕਿਸੇ ਵੀ ਘਟਨਾ ਨੂੰ ਟੋਲਰੇਟ ਨਹੀਂ ਕਰਨਗੇ, ਸਰਕਾਰ ਸਖਤੀ ਨਾਲ ਲਏਗੀ। ਸ਼ਾਇਦ ਏਦਾਂ ਦੀਆਂ ਘਟਨਾਵਾਂ ਨਾ ਵਾਪਰਨ ਜੇ ਏਦਾਂ ਦਾ ਮੈਸੇਜ ਜਾਵੇ। ਇਸ ਗੱਲ ਤੇ ਮੈਨੂੰ ਇਹ ਲੱਗਦਾ ਹੈ। ਔਰ ਹੁਣ ਵੀ ਮਤਲਬ ਮੇਰੀ ਆਸ ਵੀ ਹੈ ਮੈਨੂੰ, ਤੇ ਮੈਂ ਮੰਗ ਵੀ ਕਰਦਾ, ਅਪੀਲ ਵੀ ਕਰਦਾ ਕਿ ਮਨੀਪੁਰ ਵਰਗੇ ਹਾਲਾਤ ਜਿਹੜੇ ਬਣੇ ਨੇ ਮਨੀਪੁਰ ਜਿਵੇਂ, ਉਹਨਾਂ ਨੂੰ ਤੁਰੰਤ ਕੰਟਰੋਲ ਕਰਨ ਲਈ ਕੋਈ ਐਫਰਟਸ
ਇਮਾਨਦਾਰੀ ਨਾਲ ਕਰਨੇ ਚਾਹੀਦੇ ਨੇ। ਸਰਕਾਰਾਂ ਨੂੰ ਪਿੱਛੇ ਛੱਡ ਕੇ, ਚੋਣਾਂ ਨੂੰ ਪਿੱਛੇ ਛੱਡ ਕੇ, ਇਹ ਚੋਣਾਂ ਆਉਣੀਆਂ ਜਾਣੀਆਂ ਚੀਜ਼ਾਂ ਨੇ। ਪਾਰਟੀਆਂ ਜਿਹੜੀਆਂ ਸਥਿਰ ਚੀਜ਼ਾਂ ਨੇ, ਚਾਹੇ ਉਹ ਮਤਲਬ ਜੇ ਕੋਈ ਪਾਰਟੀ ਹਾਰ ਜਾਂਦੀ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਨਾਗਰਿਕਾਂ ਪ੍ਰਤੀ ਉਹਦਾ ਕੋਈ ਰੋਲ ਨਹੀਂ ਰਹਿੰਦਾ, ਉੱਥੇ ਵੀ ਉਹਨਾਂ ਨੇ ਰੋਲ ਨਿਭਾਉਣਾ ਹੈ। ਸੋ ਇਸ ਕਰਕੇ ਇਹ ਤੇ ਬਹੁਤ ਹੀ ਨਿੰਦਣਯੋਗ ਹੈ। ਇੱਥੇ ਸਰਕਾਰ ਦਾ ਰਵੱਈਆ ਵੀ ਨਿੰਦਣਯੋਗ ਹੈ। ਜਿਹੜੀ ਗੱਲ ਤੁਸੀਂ ਦੂਸਰੀ ਕੀਤੀ, ਆਪਾਂ ਉਸ ਤੇ ਆਉਂਦੇ ਹਾਂ। ਜੇ ਕੋਈ ਵਿਸ਼ੇਸ਼ ਕੁਐਸਚਨ ਹੈ ਤਾਂ ਮੈਨੂੰ ਦੱਸ ਦਿਓ। ਐਨਡੀਏ ਵਰਸਸ ਇੰਡੀਆ ਤੇ ਆਉਂਦੇ ਹਾਂ। ਇਸ ਦੇ ਉੱਤੇ ਇਹ ਹੈ ਕਿ ਇਹਦੇ ਦੋ ਪੱਖ ਨੇ। ਇੱਕ ਕਿ ਪਿਛਲੇ 9 ਸਾਲਾਂ ਤੋਂ ਸਰਕਾਰ ਨੇ ਇੱਕ ਨਾਰਾ ਦਿੱਤਾ, ਕਾਂਗਰਸ ਮੁਕਤ ਭਾਰਤ। ਜਿਹੜਾ ਕਦੇ ਵੀ ਇਹ ਨਾਰਾ ਲੋਕਤੰਤਰ ਦੇ ਵਿੱਚ, ਮੈਂ ਇਹ ਸਮਝਦਾ ਕਿ ਇਸ ਤਰ੍ਹਾਂ ਦਾ ਨਾਰਾ ਕਦੇ ਨਹੀਂ ਦੇਣਾ ਚਾਹੀਦਾ। ਕਿਸੇ ਪਾਰਟੀ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਅਸੀਂ ਕੋਈ ਪਾਰਟੀ ਖਤਮ ਕਰ ਦਿਆਂਗੇ। ਜਿਹੜੀਆਂ ਪਾਰਟੀਆਂ ਨੇ ਇਹ ਆਈਡੀਓਲੋਜੀਜ਼ ਨੇ, ਤੁਸੀਂ ਉਹਨਾਂ ਨੂੰ ਪਸੰਦ ਕਰੋ ਜਾਂ ਨਾ ਕਰੋ। ਲੋਕਤੰਤਰ ਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਜਿਹੜਾ ਵੀ ਵਿਅਕਤੀ ਜਿਹੜੀ ਆਈਡੀਓਲੋਜੀ ਨੂੰ ਪਸੰਦ ਕਰਦਾ ਹੈ, ਉਹਨੂੰ ਮਾਰਨਾ ਨਹੀਂ ਹੈਗਾ, ਉਹਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ, ਉਹਨੂੰ ਆਪਣੀ ਆਈਡੀਓਲੋਜੀ ਰੱਖਣ ਦਾ, ਫੈਲਾਉਣ ਦਾ ਪਰਮਿਸਿਬਲ ਲਿਮਿਟਸ ਦੇ ਵਿੱਚ ਹੱਕ ਹੈ। ਕਾਂਗਰਸ 1947 ਤੋਂ ਮੁਲਕ ਦੇ ਵਿੱਚ ਕੰਮ ਕਰ ਰਹੀ ਹੈ। ਉਹਦੇ ਤੇ ਕੋਈ ਐਦਾਂ ਦਾ ਦੋਸ਼ ਨਹੀਂ ਹੈ ਕਿ ਉਹ ਕੋਈ ਗੈਰ ਸੰਵਿਧਾਨਕ ਸੰਕਟ ਹੈ। ਇਸ ਕਰਕੇ ਉਹਨਾਂ ਤੋਂ ਮੁਕਤ ਭਾਰਤ ਕਰਨਾ ਇਹ ਆਪਦੇ ਆਪ 'ਚ ਕੋਈ ਸਿਆਣੀ ਗੱਲ ਨਹੀਂ ਸੀ। ਇਸ ਤੋਂ ਵੀ ਅੱਗੇ ਜਾ ਕੇ ਹੁਣ ਜਿਹਦੇ ਕਰਕੇ ਮੈਨੂੰ ਲੱਗ ਰਿਹਾ ਹੈ ਕਿ ਜਿਹੜੀ ਆਪੋਜੀਸ਼ਨ ਇਕੱਠੀ ਹੋਈ ਹੈ, ਭਾਵੇਂ ਪ੍ਰਧਾਨ ਮੰਤਰੀ ਜੀ ਜਾਂ ਬੀਜੇਪੀ ਇਸ ਦੇ ਬਾਰੇ ਕੁਝ ਵੀ ਕਹੇ, ਉਹ ਉਹਨਾਂ ਦਾ ਖਿਆਲ ਹੈ, ਪਰੰਤੂ ਮੈਨੂੰ ਇਹ ਲੱਗਦਾ ਹੈ ਵੀ ਇਸ ਦੇ ਵਿੱਚ ਮੁੱਖ ਗੱਲ ਸੁਖਵਿੰਦਰ ਜੀ ਇਹ ਹੈ ਕਿ ਆਹਿਸਤਾ ਆਹਿਸਤਾ ਬੀਜੇਪੀ ਦੇ ਇਹ ਨੈਰੇਟਿਵ ਦਿੰਦੇ ਕਿ ਕਾਂਗਰਸ ਮੁਕਤ ਭਾਰਤ ਕਰਨ ਦੀ ਜਿਹੜੀ ਸੋਚ ਨੂੰ ਲੈ ਕੇ ਇੱਕ ਲੈਵਲ ਤੇ ਉਹ ਏਦਾਂ ਆ ਗਏ ਕਿ ਜਿੱਦਾਂ ਐ ਹੋਇਆ ਕਿ ਵਿਰੋਧੀ ਧਿਰ ਮੁਕਤ ਭਾਰਤ। ਜੇ ਆਪਾਂ ਕਹੀਏ ਨਾ ਕਿ ਆਪੋਜੀਸ਼ਨ ਪੂਰੀ ਖਤਮ ਕਰ ਦਿਓ, ਮੈਨੂੰ ਇਹ ਲੱਗਦਾ ਹੈ ਕਿ ਉਸ ਡਰ ਚੋਂ ਜਾਂ ਉਸ ਫਿਨੋਮਨੇ ਚੋਂ, ਡਰ ਚੋਂ ਆਪਾਂ ਨਾ ਕਹੀਏ, ਉਸ ਪਰਸੈਪਸ਼ਨ ਦੇ ਵਿੱਚੋਂ ਵਿਰੋਧੀ ਧਿਰ ਨੂੰ ਮਜਬੂਰੀ ਬਸ ਇਕੱਠਾ ਹੋਣ ਤੋਂ ਬਿਨਾਂ ਕੋਈ ਚਾਰਾ ਬਚਿਆ ਨਹੀਂ ਹੈਗਾ। ਭਾਵੇਂ ਵੱਖਰੀਆਂ ਵੱਖਰੀਆਂ ਆਈਡੀਓਲੋਜੀਜ਼ ਨੇ, ਹਾਲੇ ਵੀ ਔਖਾ ਲੱਗ ਰਿਹਾ ਹੈ ਕਿ ਇਹ ਜਿਹੜਾ ਏਦਾਂ ਇਕੱਠੇ ਹੋ ਕੇ ਦਲ ਚਲਾਉਣੇ, ਜਿਹੜਾ ਤਾਂ ਹੈਗਾ ਐਨਡੀਏ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਜਿੰਨੇ ਦਲ ਨੇ, ਉਹ ਦਲਾਂ ਦੇ ਵਿੱਚੋਂ ਇੱਕ ਅੱਧੇ ਨੂੰ ਛੱਡ ਕੇ ਕਿਤੇ ਵੀ ਉਹ ਏਦਾਂ ਨਹੀਂ ਹੈਗਾ ਕਿ ਉਹਨਾਂ ਦੀ ਸਟੇਟ ਦੇ ਵਿੱਚ ਕਿਸੇ ਨਾਲ ਕੋਈ ਕਨਫਰੰਟੇਸ਼ਨ ਆਵੇ। ਉਹ ਦਲ ਛੋਟੇ ਛੋਟੇ ਦਲ ਨੇ, ਪਰੰਤੂ ਇਸ ਦਲ ਦੇ ਵਿੱਚ ਵੀ ਛੋਟੇ ਦਲ ਨੇ। ਇੰਡੀਆ ਜਿਹਦਾ ਨਾਂ ਰੱਖਿਆ, ਇਸ ਦਲ ਵਿੱਚ ਵੀ ਛੋਟੇ ਨਾਂ ਨੇ, ਪਰੰਤੂ ਇਹਦੇ ਵਿੱਚ ਬਹੁਤ ਵੱਡੇ ਇਹੋ ਜਿਹੇ ਦਲ ਵੀ ਨੇ ਜਿਨ੍ਹਾਂ ਦਾ ਆਪਣੀ ਸਟੇਟ ਦੇ ਵਿੱਚ, ਇੱਕ ਸੂਬੇ ਦੇ ਵਿੱਚ ਪੂਰਾ ਪ੍ਰਭਾਵ ਹੈ। ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਉਹ ਬਿਹਾਰ ਦੀਆਂ ਦੋਨੇ ਪਾਰਟੀਆਂ ਹੋਣ, ਰਾਸ਼ਟਰੀ ਲਾਲੂ ਜੀ ਵਾਲਾ ਜਨਤਾ ਦਲ ਤੇ ਆਪਣਾ ਨਤੀਸ਼ ਜੀ ਵਾਲਾ, ਚਾਹੇ ਉਹ ਸਾਊਥ ਦੀਆਂ ਕੋਈ ਪਾਰਟੀਜ਼ ਹੋਣ, ਚਾਹੇ ਉਹ ਵੈਸਟ ਬੰਗਾਲ ਦੀ ਕੋਈ ਪਾਰਟੀ ਹੋਵੇ ਆਪਣੇ ਮਮਤਾ ਬੈਨਰਜੀ ਵਾਲੀ। ਸੋ ਇਸ ਕਰਕੇ ਇੱਥੇ ਇੱਕ ਏਦਾਂ ਦੀਆਂ ਪਾਰਟੀਆਂ ਇਸ ਦਲ 'ਚ ਹੈਣ, ਚਾਹੇ ਮਹਾਰਾਸ਼ਟਰ ਦੇ ਵਿੱਚ ਪਾਰਟੀਆਂ ਨੇ, ਇਸ ਦਲ ਦੇ ਵਿੱਚ ਏਦਾਂ ਦੀਆਂ ਪਾਰਟੀਜ਼ ਹੈਣ ਜਿਨ੍ਹਾਂ ਦਾ ਆਪਣੀ ਸਟੇਟ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਹੈ। ਉਹਨਾਂ ਨੂੰ ਚਾਹੇ ਰੀਜਨਲ ਪਾਰਟੀਆਂ ਕਹਿ ਲਈਏ, ਚਾਹੇ ਸੂਬਾਈ ਸਟੇਟ ਦੀਆਂ ਪਾਰਟੀਆਂ ਕਹਿ ਲਈਏ ਅਸੀਂ। ਪਰੰਤੂ ਦੂਸਰੇ ਦਲ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਬਹੁਤ ਵੱਡੀ ਪਾਰਟੀਆਂ ਵੱਧ ਨਹੀਂ ਦਿਖਾਈ ਦਿੰਦੀਆਂ। ਸੋ ਉਦਾਂ ਦਾ ਦਲ ਚਲਾਉਣਾ ਸੌਖਾ ਹੈ। ਐਸ ਜਿਹੜਾ ਇੰਡੀਆ ਇੱਕ ਫਰੰਟ ਬਣਿਆ, ਇਹਨੂੰ ਇਕੱਠੇ ਰੱਖਣਾ ਇੱਕ ਔਖਾ ਕੰਮ ਹੈ। ਪਰੰਤੂ ਤੁਹਾਡੇ ਸਾਹਮਣੇ ਹੈ ਕਿ ਇੰਡੀਆ ਇੰਡੀਆ ਇੱਕ ਦਲ ਬਣਿਆ, ਇਸ ਦਲ ਦੇ ਨੇਤਾ ਵੀ ਇਹ ਕਹਿੰਦੇ ਨੇ ਕਿ ਅਸੀਂ ਬੀਜੇਪੀ ਨੂੰ ਵਧਾਈ ਦਿੰਦੇ ਹਾਂ ਕਿ ਉਹਨੇ ਸਾਨੂੰ ਇਕੱਠਾ ਕਰਤਾ। ਮਤਲਬ ਉਹ ਸਿੱਧਾ ਦੋਸ਼ ਲਾ ਰਹੇ ਨੇ ਕਿ ਇਹਦਾ ਕਾਰਨ ਬੀਜੇਪੀ ਹੈ ਜਿਹਦੇ ਕਰਕੇ। ਔਰ ਦੂਜਾ ਜਿਹੜਾ ਉਹਨਾਂ ਨੇ ਪਲੈਂਕ ਲਿਆ, ਉਹ ਇਹ ਬੜਾ ਸੋਹਣਾ ਪਲੈਂਕ ਲਿਆ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰਨ ਲਈ, ਦੇਸ਼ ਦੀ ਰਾਖੀ ਲਈ, ਦੇਸ਼ ਦੀ ਏਕਤਾ ਲਈ, ਦੇਸ਼ ਦੀ ਤਰੱਕੀ ਲਈ, ਕਿਉਂਕਿ ਜਿਹੜਾ ਇਹ ਹੈ ਨਾ ਐਨਡੀਏ ਹੈ, ਡੈਮੋਕ੍ਰੇਟਿਕ ਅਲਾਇੰਸ ਹੈ ਇਹ, ਠੀਕ ਹੈ ਕਿ ਨਹੀਂ। ਉਹਨਾਂ ਨੇ ਇਸ ਦੇ ਨਾਲ ਡੈਮੋਕ੍ਰੇਟਿਕ ਦੇ ਨਾਲ ਇਨਕਲੂਸਿਵ ਉਹ ਜੋੜ ਲਿਆ, ਠੀਕ ਹੈ ਕਿ ਨਹੀਂ। ਡਿਵੈਲਪਮੈਂਟ ਤੇ ਆਪਣਾ
ਏਕਤਾ ਦੋਨੇ ਚੀਜ਼ਾਂ ਜੋੜੀਆਂ ਨੇ ਤੇ ਉਹਨਾਂ ਨੇ ਜਿਹੜੀ ਆਪਣੀ ਮੁੱਢਲੀ ਵਿਚਾਰਧਾਰਾ ਸਾਂਝੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਤੇ ਐਜ ਪਾਰਟੀ ਵੱਡਾ ਹਮਲਾ ਨਹੀਂ ਕੀਤਾ ਬਲਕਿ ਪਾਰਟੀ ਦੀ ਨੀਤੀ ਤੇ ਹਮਲਾ ਕੀਤਾ ਉਹਨਾਂ ਨੇ। ਨੀਤੀ ਦੇ ਬਾਰੇ ਜ਼ਰੂਰ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੀ ਜਿਹੜੀ ਨੀਤੀ ਹੈ ਜਿਸ ਕਿਸਮ ਨਾਲ ਇਹ ਸੰਵਿਧਾਨ ਨੂੰ ਖਤਮ ਕਰਨ ਲੱਗੀ ਹੈ ਅਸੀਂ ਉਸ ਸੰਵਿਧਾਨ ਦੀ ਰੱਖਿਆ ਕਰਨ ਲਈ ਆਏ ਹਾਂ। ਇਸ ਗੱਲ ਦਾ ਜਿਹੜਾ ਇੱਕ ਪਹਿਲੂ ਮੈਂ ਬਹੁਤ ਵੱਡਾ ਦੇਖਦਾ ਕਿ ਹੁਣ ਤੱਕ ਜਿਹੜੇ ਪ੍ਰਧਾਨ ਮੰਤਰੀ ਮੋਦੀ ਜੀ ਤੇ ਬੀਜੇਪੀ ਪਾਰਟੀ ਪਿਛਲੇ 9 ਸਾਲਾਂ ਦੇ ਵਿੱਚ ਜਾਂ 10 ਸਾਲਾਂ ਤੋਂ ਜਦੋਂ ਤੋਂ ਸਰਕਾਰ ਬਣਾਉਣ ਤੋਂ ਪਹਿਲਾਂ ਸਾਲ ਸ਼ੁਰੂ ਹੋਇਆ ਉਹ ਵਿਰੋਧੀ ਪਾਰਟੀਆਂ ਤੇ ਬਹੁਤ ਜ਼ਿਆਦਾ ਹਮਲਾਵਰ ਰਹੀ। ਉਹ ਹਮਲਾਵਰ ਰਹਿਣ ਕਰਕੇ ਕਾਂਗਰਸ ਤੇ ਵਿਰੋਧੀ ਦਲ ਹਮੇਸ਼ਾ ਡਿਫੈਂਸਿਵ ਰਹੇ। ਉਹਨਾਂ ਨੇ ਪਹਿਲਾਂ ਹੀ ਹਮਲਾ ਬੋਲ ਦੇਣਾ ਜੀ ਪਰਿਵਾਰਵਾਦ ਆ ਗਿਆ ਜੀ, ਹੁਣ ਜੀ ਪੱਪੂ ਆ ਗਿਆ ਜੀ, ਮਤਲਬ ਏਦਾਂ ਦੇ ਨਾਰੇ ਬਹੁਤ ਇਹ ਕਿ ਜੀ ਪਤਾ ਨਹੀਂ ਸੋਨੀਆ ਗਾਂਧੀ ਬਾਰੇ ਨੀਵੇਂ ਪੱਧਰ ਦੇ ਨਾਰੇ ਉਹ ਉਹਦੇ ਵਿੱਚ ਸਪਸ਼ਟੀਕਰਨ ਨਹੀਂ ਦਿੰਦੇ ਰਹਿ ਗਏ। ਮਤਲਬ ਇਹਨਾਂ ਨੇ ਆਪਦੇ ਸਾਰੇ ਪਾਰਟੀਆਂ ਨੂੰ ਚਾਹੇ ਉਹ ਆਪਣੀ ਮੰਤਰੀ ਬੀਬੀ ਹੈ ਜਿਹੜੀ ਉਹਦੀ ਗੱਲ ਲੈ ਲਓ ਚਾਹੇ ਮੰਤਰੀ ਜਿਹੜੇ ਆਪਣੇ ਹਿਮਾਚਲ ਵਾਲੇ ਨੇ ਇਹ ਅਨੁਰਾਗ ਠਾਕਰ ਜੀ ਇਹਨਾਂ ਦੀ ਗੱਲ ਲੈ ਲਓ। ਮਤਲਬ ਇਹਨਾਂ ਨੇ ਹਮਲਾ ਐਸਾ ਕਰਨਾ ਜਿਹੜਾ ਬਿਲੋ ਦਾ ਬੈਲਟ ਬਾਰ ਕਰਨਾ ਏਦਾਂ ਦੀ ਸ਼ਬਦਾਵਲੀ ਵਰਤਣੀ ਤੇ ਵਿਰੋਧੀਆਂ ਵੱਲੋਂ ਉਹਦੇ ਡਿਫੈਂਸ ਚ ਵੀ ਨਹੀਂ ਇਹ ਗਲਤ ਬੋਲ ਰਹੇ ਨੇ। ਮਤਲਬ ਇਹ ਪਹਿਲੀ ਵਾਰੀ ਹੈ ਕਿ ਇੰਡੀਆ ਨਾ ਰੱਖ ਕੇ ਉਹ ਇਹਨਾਂ ਤੇ ਹਮਲਾਵਰ ਹੋ ਗਏ ਨੇ। ਪਹਿਲੀ ਵਾਰੀ ਦਿਖਾਈ ਦੇ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਤੇ ਅਲਾਇੰਸ ਮਤਲਬ ਇਸੇ ਡਿਫੈਂਸ ਚ ਵੀ ਇਹਨਾਂ ਨੇ ਇੰਡੀਆ ਕਿਉਂ ਨਾ ਰੁੱਖ ਲਿਆ। ਮਤਲਬ ਮੈਨੂੰ ਇਹਦੇ ਵਿੱਚ ਇਹ ਲੱਗ ਰਿਹਾ ਹੈ ਕਿ ਜੋ ਰੋਲ ਉਹ ਕਰਦੇ ਸੀ ਇਸ ਵਾਰ ਪਹਿਲੀ ਵਾਰੀ ਇੱਕ ਪਰਸੈਪਸ਼ਨ ਏਦਾਂ ਬਣ ਰਹੀ ਹੈ ਕਿ ਵਿਰੋਧੀ ਧਿਰ ਨੇ ਇੱਕ ਏਦਾਂ ਦੀ ਚਾਲ ਚੱਲੀ ਹੈ ਜਿਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਡਿਫੈਂਸਿਵ ਹੋਣਾ ਪਿਆ ਕਿ ਨਹੀਂ ਜੀ ਇਹ ਇੰਡੀਆ ਤਾਂ ਗਲਤ ਹੈ, ਇਹ ਇੰਡੀਆ ਜਿਹੜਾ ਜੀ ਸਾਡਾ ਤਾਂ ਭਾਰਤ ਹੈ ਇਹਨਾਂ ਦਾ ਇੰਡੀਆ ਹੈ। ਜਦੋਂ ਕਿ ਉਹਨਾਂ ਨੇ ਅੱਜ ਹੀ ਜਵਾਬ ਦੇਤੇ ਕਿ ਤੁਹਾਡਾ ਮੇਕ ਇਨ ਇੰਡੀਆ, ਸ਼ਾਈਨਿੰਗ ਇੰਡੀਆ, ਹੋਰ ਕਿਹੜੇ ਇੰਡੀਆ, ਠੀਕ ਹੈ ਨਾ ਵੀ ਉਹ ਸਾਰਿਆਂ ਨਾਲੋਂ ਇੰਡੀਆ ਹਟਾ ਦਿਓ। ਤੇ ਦੂਜੀ ਉਹਨਾਂ ਨੇ ਮਤਲਬ ਬਹੁਤ ਹੀ ਕਾਹਲ ਵਿੱਚ ਫੈਸਲਾ ਜਿਹੜਾ ਲਿਆ ਹੈ। ਕੱਲ ਇੱਕ ਮੁੱਖ ਮੰਤਰੀ ਨੇ ਫੈਸਲਾ ਲਿਆ ਸਾਹਮਣੇ ਨੇ ਉਹਨੇ ਜਿਹੜਾ ਉਹਦਾ ਉਹ ਸੀ ਨਾ ਟਵਿੱਟਰ ਉਹ ਤੇ ਐਟ ਇੰਡੀਆ ਲਿਖਿਆ ਸੀ ਉਹਨੇ ਫਟਾਫਟ ਐਟ ਭਾਰਤ ਕਰਤਾ ਔਰ ਇਸ ਦੇ ਵਿੱਚ ਬੀਜੇਪੀ ਦੇ ਹੋਰ ਕਈ ਜਿਹੜੇ ਅੰਧ ਭਗਤ ਨੇ ਉਹਨਾਂ ਨੇ ਫਟਾਫਟ ਇੰਡੀਆ ਦਾ ਭਾਰਤ ਕਰਤਾ ਤੇ ਨਾਲ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਜੀ ਜਿਹੜੀ ਇੰਡੀਆ ਹੈ ਇਹ ਬ੍ਰਿਟਿਸ਼ ਸੋਚ ਹੈ। ਮਤਲਬ ਏਦਾਂ ਕਹਿਣਾ ਸ਼ੁਰੂ ਕਰਤਾ ਵੀ ਜਿਵੇਂ ਅਸੀਂ ਕਦੇ ਇੰਡੀਆ ਵਰਤੇ ਹੀ ਨਹੀਂ ਵੀ ਹੁਣ ਇਹਦਾ ਮਤਲਬ ਪਹਿਲਾਂ ਤਾਂ ਤੁਸੀਂ ਵੀ ਬ੍ਰਿਟਿਸ਼ ਸੋਚ ਕਰਦੇ ਸੀ ਹੁਣ ਜਦੋਂ ਇੰਡੀਆ ਇੱਕ ਦਲ ਬਣ ਗਿਆ ਅਲਾਇੰਸ ਬਣ ਗਿਆ ਮਤਲਬ ਹੁਣ ਉਹ ਜਿਹੜੀ ਉਹ ਸੋਚ ਹੈ ਉਹ ਬ੍ਰਿਟਿਸ਼ ਦੀ ਹੋ ਗਈ। ਹੁਣ ਇਹ ਕਹਿੰਦੇ ਜੀ ਅਸੀਂ ਬਿਲਕੁਲ ਭਾਰਤੀ ਸੋਚ ਰੱਖਾਂਗੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਉਹ ਐਨੇ ਡਿਫੈਂਸ ਚ ਆ ਗਏ ਤੇ ਉਹਦੇ ਵਿੱਚ ਉਹਨਾਂ ਨੂੰ ਸਮਝ ਨਹੀਂ ਲੱਗ ਰਹੀ ਕਿ ਯਾਰ ਅਸੀਂ ਤਾਂ ਜਿਵੇਂ ਆਪਾਂ ਕਹਿੰਦੇ ਆ ਤੁਸੀਂ ਦੇਖਿਆ ਹੋਏਗਾ ਨਾ ਜਦੋਂ ਰੱਸਾ ਖਿੱਚਣ ਦੀ ਇੱਕ ਗੇਮ ਹੁੰਦੀ ਹੈ ਉਹ ਚ ਜਿਹੜੀ ਟੀਮ ਮੂਹਰੇ ਲੱਗ ਜੇ ਖਿੱਚਣ ਲੱਗ ਜੇ ਦੂਜਿਆਂ ਦਾ ਮੂੰਹ ਦੂਜੇ ਪਾਸੇ ਹੋ ਜਾਂਦਾ ਹੈ, ਖਿੱਚਣ ਵਾਲਿਆਂ ਦਾ ਮੂੰਹ ਪਰ ਖਿੱਚਣ ਵੱਲ ਹੁੰਦਾ ਹੈ। ਪਰੰਤੂ ਜਦੋਂ ਮੋੜ ਪੈਂਦਾ ਨਾ ਫਿਰ ਉਹਨਾਂ ਨੂੰ ਦੂਜੇ ਪਾਸੇ ਮੂੰਹ ਘੁਮਾਉਣਾ ਟਰਨ ਲੈਂਦੀ ਪੈਂਦੀ ਹੈ। ਹੁਣ ਇਹ ਪੂਰੀ ਯੂ ਟਰਨ ਵੱਜ ਗਈ। ਮੈਨੂੰ ਇਹ ਲੱਗ ਰਿਹਾ ਕਿ ਐਨਡੀਏ ਡਿਫੈਂਸ ਚ ਆ ਗਿਆ ਪਹਿਲੀ ਵਾਰੀ ਮੈਂ ਦੇਖ ਰਿਹਾ। ਅੱਗੇ ਜਾ ਕੇ ਕੀ ਬਣੇਗਾ ਉਹ ਬਾਅਦ ਦੀ ਗੱਲ ਹੈ। ਇਸ ਦੇ ਉੱਤੇ ਹੋਰ ਵੀ ਮੇਰੇ ਕੋਲੇ ਦੋ ਵਿਚਾਰ ਇਹ ਨੇ ਜੇ ਤੁਹਾਡੇ ਕੋਲ ਸਮਾਂ ਇਜਾਜ਼ਤ ਦਿੰਦਾ ਹੋਵੇ। ਜੀ ਬਿਲਕੁਲ ਤੁਸੀਂ ਇਹਦੇ ਵਿੱਚ ਇਹ ਹੈ ਸੁਖਵਿੰਦਰ ਜੀ ਕਿ ਜਿਹੜਾ ਐਨਡੀਏ ਤੇ ਇੰਡੀਆ ਜਿਹੜਾ ਬਣਿਆ ਉਹਦੇ ਵਿੱਚ ਇੱਕ ਪਰਸੈਪਸ਼ਨ ਬੜੀ ਕਮਾਲ ਦੀ ਬਣ ਰਹੀ ਹੈ ਲੋਕਾਂ 'ਚ ਕਿ ਜੀ ਹੁਣ ਇੰਡੀਆ ਬਣ ਗਿਆ ਔਰ ਇੰਡੀਆ ਜਿਹੜਾ ਦਲ ਹੈ ਉਹ ਅਲਾਇੰਸ ਹੈ ਜਿਹੜਾ ਉਹਨੇ ਵੀ ਜ਼ੋਰ ਇਸ ਗੱਲ ਤੇ ਪਰਸੈਪਸ਼ਨ ਬਣਾਉਣ ਤੇ ਲਾਇਆ ਹੈ। ਜੇ ਵੈਸੇ ਮੈਂ ਟੈਕਨੀਕਲੀ ਇਹਦਾ ਐਨਾਲਿਸਿਸ ਕਰਾਂ ਉਹ ਇਹ ਹੈ ਕਿ ਜੇਕਰ ਆਪਾਂ ਦੇਖੀਏ ਉਹ ਪਹਿਲਾਂ ਵੀ ਲੜਾਈ ਏਦਾਂ ਹੀ ਲੜਦੇ ਨੇ ਸਵਾਏ ਯੂਪੀ ਨੂੰ ਛੱਡ ਕੇ। ਮਮਤਾ ਬੈਨਰਜੀ ਪਹਿਲਾਂ ਵੀ ਬੰਗਾਲ 'ਚ ਲੜਾਈ ਲੜ ਰਹੇ ਨੇ। ਮਹਾਰਾਸ਼ਟਰ ਦੇ ਵਿੱਚ ਜਿਹੜੀਆਂ ਦੋ ਪਾਰਟੀਆਂ ਮੇਨ ਨੇ ਉਹ ਪਹਿਲਾਂ ਲੜਾਈ ਲੜ ਰਹੀਆਂ ਨੇ ਉਧਵ ਠਾਕਰੇ ਜੀ ਤੇ ਸ਼ਰਦ ਪਵਾਰ ਜੀ ਤੇ ਉਹਨਾਂ ਦੇ ਨਾਲ ਕਾਂਗਰਸ ਫੇਰ ਅਲਾਇੰਸ 'ਚ ਹੈ। ਜਿਹੜੀਆਂ ਆਪ ਸੈਂਟਰਲ ਬੈਲਟ ਨੇ ਇੱਥੇ ਕਾਂਗਰਸ ਹੀ ਬੀਜੇਪੀ ਦੇ ਖਿਲਾਫ ਹੈ। ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਇਹਨਾਂ ਸਟੇਟਾਂ ਦੇ ਵਿੱਚ ਤੇ ਦਿੱਲੀ ਦੇ ਵਿੱਚ ਪਹਿਲਾਂ ਵੀ ਆਮ ਆਦਮੀ ਪਾਰਟੀ ਉਹਨਾਂ ਦੇ ਮੁਕਾਬਲੇ 'ਚ ਹੈ। ਸਿਰਫ ਪੰਜਾਬ ਦੇ ਵਿੱਚ ਕੋਈ ਹੋ ਸਕਦਾ ਹੈ ਜਾਂ ਮੇਜਰ ਅਲਾਇੰਸ ਯੂਪੀ ਦੇ ਵਿੱਚ ਹੈ। ਯੂਪੀ ਦੇ ਵਿੱਚ ਪਹਿਲਾਂ ਵੀ ਅਖਿਲੇਸ਼ ਜੀ ਨੇ
ਤੇ ਮਾਇਆਵਤੀ ਨੇ ਇਕੱਠੇ ਇਲੈਕਸ਼ਨ ਲੜ ਕੇ ਦੇਖ ਲਈ, ਉਹਦੇ ਵਿੱਚ ਕਾਂਗਰਸ ਵਿੱਚ ਨਹੀਂ ਸੀ। ਹੁਣ ਮਾਇਆਵਤੀ ਜੀ ਦਾ ਆ ਗਿਆ ਕਿ ਮੈਂ ਇੰਡੀਪੈਂਡੈਂਟ ਰਹਿਣਾ ਹੈ। ਸੋ ਉਸ ਕਿਸਮ ਨਾਲ ਵੋਟ ਪਰਸੈਂਟੇਜ ਦਾ ਕਿੰਨਾ ਫਰਕ ਪਊਗਾ, ਇਹ ਅਜੇ ਵਿਸ਼ਲੇਸ਼ਣ ਕਰਨ ਦੀ ਗੱਲ ਹੈ, ਇਹ ਕਰੇ ਤੋਂ ਪਤਾ ਲੱਗੇਗਾ। ਪਰੰਤੂ ਜਿਹੜਾ ਵਿਚਾਰਧਾਰਕ ਤੌਰ ਤੇ ਪਰਸੈਪਸ਼ਨ ਦਾ ਫਰਕ ਪੈ ਰਿਹਾ ਹੈ, ਉਹ ਬਹੁਤ ਕਮਾਲ ਦਾ ਹੈ ਕਿ ਜੀ ਹੁਣ ਤੇ ਸਾਰੇ ਇਕੱਠੇ ਹੋ ਗਏ, ਹੁਣ ਤੇ ਸਾਰੇ ਇਕੱਠੇ ਹੋ ਗਏ। ਜਿਹੜਾ ਇੱਕ ਹਮਲਾ ਇਹਨਾਂ ਨੇ ਬੋਲਿਆ ਕਿ ਜੀ ਇਹ 26 ਦਲ ਇਕੱਠੇ ਹੋ ਗਏ, ਮਤਲਬ ਮੈਂ ਅਕੇਲਾ, ਮੇਰੇ ਖਿਲਾਫ ਇੰਨੇ ਹੋ ਗਏ, ਪਰੰਤੂ ਆਪ ਉਸੇ ਚਾਲ 'ਚ ਫਸ ਗਏ। ਆਪ 38 ਇਕੱਠੇ ਕਰ ਲਏ ਉਹਨਾਂ ਨੇ, ਤੇ ਉਹ 38 ਦੀ ਜਦੋਂ ਐਨਾਲਿਸਿਸ ਕਰੀਦਾ ਤੇ ਉਹ 38 ਦਾ ਵੇਟ ਹੈ ਜਿਹੜਾ, ਉਹ ਕਿਤੇ ਸਟੈਂਡ ਨਹੀਂ ਕਰਦਾ। ਉਹਦੇ ਵਿੱਚ ਫਿਰ ਐਦਾਂ ਦੇ ਦਲ ਵੀ ਲੈ ਲਏ ਜਿਹਦੇ ਵਿੱਚ ਮੁਖਤਾਰ ਅੰਸਾਰੀ ਦਾ ਬੇਟਾ ਵੀ ਹਾਜ਼ਰ ਹੈ, ਉਹ MLA ਹੈ। ਉਹ 'ਚ ਸਮਝ ਨਹੀਂ ਲੱਗਦੀ ਹੁਣ ਵੀ ਹੁਣ ਅਸੀਂ ਕੀ ਕਹੀਏ। ਜਿਹੜੇ ਬੰਦਿਆਂ ਨੂੰ ਜਿਵੇਂ ਮਹਾਰਾਸ਼ਟਰ ਵਾਲੀ 'ਚ ਕਿਰਕਰੀ ਹੋਈ ਹੈ, ਤੇ 3 ਦਿਨ ਪਹਿਲਾਂ ਤੁਸੀਂ ਕਹਿੰਦੇ ਹੋ, 2 ਦਿਨ ਪਹਿਲਾਂ ਜਾਂ ਕੁਝ ਦਿਨ ਪਹਿਲਾਂ ਕਹਿ ਲਓ ਕਿ ਇਹ ਭ੍ਰਿਸ਼ਟ ਪਾਰਟੀ ਹੈ ਜੀ, 70,000 ਕਰੋੜ ਦਾ ਘੁਟਾਲਾ ਹੈ, ਸਭ ਨੂੰ ਮੈਂ ਗਰੰਟੀ ਦੇ ਰਹਾ ਹੂੰ ਕਿ ਐਸਾ ਹੋਗਾ। ਉਦੋਂ ਬਾਅਦ ਤੁਸੀਂ ਡਿਪਟੀ ਮੁੱਖ ਮੰਤਰੀ ਦੀ ਸਹੁੰ ਚੁਕਾ ਲੈਂਦੇ ਹੋ। ਸੋ ਉਸ ਕਿਸਮ ਨਾਲ ਮੈਨੂੰ ਇਹ ਲੱਗਦਾ ਵੀ ਪਹਿਲੀ ਵਾਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਮੰਨ ਲਿਆ ਕਿ ਸਾਡੇ ਕੋਲੇ ਡਿਵੈਲਪਮੈਂਟ ਦੇ ਸੰਬੰਧ 'ਚ ਕਹਿਣ ਲਈ ਬੜਾ ਕੁਝ ਨਹੀਂ ਹੈ, ਜਾਂ ਜਦੋਂ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤਾਂ ਵਿਰੋਧੀ ਧਿਰ ਕੋਲ ਉਹਦਾ ਤੋੜ ਹੈ। ਇਸ ਕਰਕੇ ਹੁਣ ਫਿਰ ਪਰਿਵਾਰਵਾਦ ਦੀ ਗੱਲ ਕਰਦੇ ਨੇ। ਮਤਲਬ ਹੁਣ ਸਮਝ ਨਹੀਂ ਲੱਗਦੀ ਅਜੀਤ ਪਵਾਰ ਹੈ ਉਹ ਪਰਿਵਾਰਵਾਦ ਹੈ ਜਾਂ ਕੀ ਹੈ, ਉਹ ਜਾਂ ਇਸ ਤਰ੍ਹਾਂ ਦੇ ਜਿਹੜੇ ਹੋਰ ਅਲਾਇੰਸ ਕਰ ਰਹੇ ਨੇ, ਰਾਜਭਰ ਹੈ ਜਾਂ ਮਤਲਬ ਚਿਰਾਗ ਪਾਸਵਾਨ ਹੋਣੀ ਨੇ, ਇਹ ਸਾਰਾ ਕੁਝ ਪਰਿਵਾਰਵਾਦ ਹੈ ਜਾਂ ਕੀ ਹੈ। ਮਤਲਬ ਕਹਿ ਦੇਣਾ ਇੱਕ ਬੜਾ ਆਸਾਨ ਲੱਗਦਾ, ਪਰੰਤੂ ਜਦੋਂ ਪ੍ਰੈਕਟੀਕਲੀ ਦੇਖਦੇ ਆ ਉਹ ਤਾਂ ਸਮਝ ਨਹੀਂ ਲੱਗਦੀ ਵੀ ਇੱਥੇ ਕੀ ਕਰੀਏ, ਕਿਵੇਂ ਕਹੀਏ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇੱਕ ਪਰਸੈਪਸ਼ਨ ਐਦਾਂ ਦੀ ਬਣ ਰਹੀ ਹੈ ਜਿਹਦੇ ਨਾਲ ਮੈਂ ਤੁਹਾਨੂੰ ਕਹਾਂ ਕਿ ਜਿਹੜਾ ਬੀਜੇਪੀ ਨੂੰ ਭਰਮ ਸੀ, ਜਾਂ ਲੋਕਾਂ ਦੇ ਵਿੱਚ ਇੱਕ ਚਰਚਾ ਚੱਲ ਰਹੀ ਸੀ ਕਿ 24 ਦੇ ਵਿੱਚ ਇੱਕ ਸਰਕਾਰ ਤਾਂ ਬੀਜੇਪੀ ਬੜੀ ਆਰਾਮ ਨਾਲ ਬਣਾਏਗੀ, ਉਹ ਤੋਂ ਇਹ ਇੱਕ ਪਰਸੈਪਸ਼ਨ ਡਿਵੈਲਪ ਹੋ ਗਈ ਕਿ ਹੁਣ ਕੰਪੀਟੀਸ਼ਨ ਹੋਏਗਾ, ਮੁਕਾਬਲਾ ਹੋਏਗਾ, ਸਰਕਾਰ ਇੰਨੀ ਸੌਖੀ ਨਹੀਂ ਬਣੇਗੀ। ਇਹ ਕਿਉਂਕਿ ਅਜੇ ਸਮਾਂ ਬਹੁਤ ਪਿਆ ਹੈ, ਪਤਾ ਨਹੀਂ ਕਿਸ ਤਰ੍ਹਾਂ ਦੀ ਕੋਈ ਟੋਨ ਸੈੱਟ ਹੋ ਜਾਂਦੀ ਹੈ। ਸਤਿਆਪਾਲ ਮਲਿਕ ਵਰਗੇ ਜਿਹੜੇ ਗਵਰਨਰ ਸਾਹਿਬ ਸੀਗੇ, ਉਹਨਾਂ ਨੇ ਏਦਾਂ ਦੀ ਟੋਨ ਸੈੱਟ ਕਰ ਦਿੱਤੀ ਹੈ ਜਿਹਦੇ ਵਿੱਚ ਕਲੀਅਰ ਪਰਸੈਪਸ਼ਨ ਇਹ ਬਣਦੀ ਜਾ ਰਹੀ ਹੈ ਕਿ ਇਹ ਫੇਰ ਕੋਈ ਪੁਲਵਾਮਾ ਵਰਗੀ ਕੋਈ ਸ਼ੜਯੰਤਰ ਕਰਨਗੇ। ਤੇ ਜੇ ਉਹ ਇਸ ਵਾਰ ਵੀ ਹੁੰਦਾ ਹੈ, ਮੈਨੂੰ ਲੱਗਦਾ ਸ਼ਾਇਦ ਉਹ ਉਹਨਾਂ ਪ੍ਰਭਾਵ ਨਾ ਛੱਡੇ, ਚਾਹੇ ਉਹ ਮਤਲਬ ਇਨਸੀਡੈਂਟਲੀ ਹੀ ਹੋ ਜਾਵੇ, ਪਰ ਉਹਦਾ ਪ੍ਰਭਾਵ ਉਸ ਕਿਸਮ ਨਾਲ ਨਹੀਂ ਰਹੇਗਾ। ਦੂਸਰਾ, ਹੁਣ ਇਹ ਕਹਿਣਾ ਬੜਾ ਔਖਾ ਹੋ ਗਿਆ, ਜਿਵੇਂ ਇਹ ਕਹਿੰਦੇ ਸੀ ਨਾ ਕਾਂਗਰਸ ਮੁਕਤ ਭਾਰਤ, ਹੁਣ ਮੇਰਾ ਖਿਆਲ ਹੈ ਇਹ ਨਾਰਾ ਦੇਣਾ ਕਿ ਇੰਡੀਆ ਮੁਕਤ ਭਾਰਤ, ਇਹ ਮਹਿੰਗਾ ਪਏਗਾ, ਇਹ ਕਹਿਣਾ ਬਹੁਤ ਔਖਾ ਹੋਏਗਾ। ਸੋ ਇਸ ਕਿਸਮ ਦੀਆਂ ਗੱਲਾਂ ਇਹਦੇ ਵਿੱਚੋਂ ਲੱਗ ਰਹੀਆਂ ਨੇ ਜੀ। ਪਰਸੈਪਸ਼ਨ ਬਣ ਰਹੀ ਹੈ ਕਿ ਮੁਕਾਬਲਾ ਜ਼ਰੂਰ ਸਖਤ ਰਹੇਗਾ ਜੀ। ਹਾਲ ਦੀ ਘੜੀ ਇਹ ਕਹਿ ਸਕਦੇ ਹਾਂ ਕਿ ਸਟ੍ਰੈਟਜੀ ਜਿਹੜੀ ਹੈ ਉਹ ਦੋਹਾਂ ਪਾਸਿਆਂ ਤੋਂ 2024 ਨੂੰ ਲੈ ਕੇ ਜਿਸ ਤਰੀਕੇ ਦੀ ਬਣਾਈ ਜਾ ਰਹੀ ਹੈ, ਉਹਦੇ ਸਿੱਟੇ ਗਾਹ ਕੀ ਨਿਕਲਦੇ ਨੇ ਉਹ ਤਾਂ ਬਾਅਦ ਵਿੱਚ ਪਤਾ ਲੱਗੇਗਾ। ਪਰ NDA ਜਿਹੜਾ ਮੋਦੀ ਸਾਹਿਬ, ਬੀਜੇਪੀ ਜਿਹੜੀ ਹੈ ਉਹ ਬੜੀ ਕਸੂਤੀ ਸਥਿਤੀ ਦੇ ਵਿੱਚ ਫਸੀ ਹੋਈ ਹੈ। ਮੈਂ ਪ੍ਰੋਫੈਸਰ ਚਾਹਾਂਗਾ 2 ਸਵਾਲ ਸ਼ਾਇਦ ਇਕੱਠੇ ਹੋਣਗੇ ਕਿ ਇੱਕ ਤਾਂ ਆਮ ਆਦਮੀ ਪਾਰਟੀ ਦੀ ਭੂਮਿਕਾ ਜੋ ਕੁਝ ਇੰਡੀਆ ਇਸ ਗੱਠਜੋੜ ਦੇ ਵਿੱਚ ਰਹੀ, ਤੇ ਦੂਜਾ ਜੋ ਕੁਝ ਪੰਜਾਬ 'ਚ ਕਾਂਗਰਸ ਵਾਲਿਆਂ ਦੇ ਵਿੱਚ ਫਿਕਰਮੰਦੀ ਪਈ ਹੋਈ ਹੈ ਕਿ ਗਾਹ ਕੀ ਬਣੇਗਾ, ਹੁਣ ਕਿਵੇਂ ਚੱਲੇਗਾ, ਹਾਈ ਕਮਾਂਡ ਨੇ ਪੁੱਛਿਆ ਨਹੀਂ ਸਾਨੂੰ, ਜਾਂ ਕੀ ਉਹ ਸੇਧ ਲੈ ਕੇ ਹੁਣ ਅੱਗੇ ਤੁਰਨਗੇ, ਲੋਕਾਂ 'ਚ ਕਿਵੇਂ ਜਾਣਗੇ ਕਿ ਤੁਸੀਂ ਤੇ ਉੱਤੇ ਇਕੱਠੇ ਹੋ, ਏਦਾਂ ਦੀਆਂ ਗੱਲਾਂ। ਦੂਜਾ ਇਹ ਆ ਕਿ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੀ ਹਾਜ਼ਰੀ ਤੇ ਸੁਖਬੀਰ ਬਾਦਲ ਹੋਣਾ ਦਾ ਉੱਥੇ ਨਾ ਪਹੁੰਚਣਾ ਜਾਂ ਉਹਨਾਂ ਨੂੰ ਸੱਦਾ ਨਾ ਆਉਣਾ, ਇਹ ਵੀ ਆਪਣੇ ਆਪ 'ਚ ਬਹੁਤ ਸਵਾਲ ਖੜੇ ਕਰਦਾ। ਪਿਛਲੇ ਦਿਨਾਂ 'ਚ ਅਕਾਲੀ ਬੀਬੀਆਂ ਦੇ ਜਥੇ ਨੇ, ਇੱਕ ਨੇ ਉਹਨਾਂ ਨੇ ਬਗਾਵਤ ਕੀਤੀ ਕਿ ਜੀ ਤੁਸੀਂ ਬੀਬੀ ਕਿਸੇ ਹੋਰ ਨੂੰ ਪ੍ਰਧਾਨ ਸ਼ਾਮਲ ਸਵੇਰੇ ਕੀਤਾ, ਨਾਲੋਂ ਨਾਲ ਪ੍ਰਧਾਨ ਬਣਾਤਾ, ਵੀ ਇਹ ਸਾਨੂੰ ਕਬੂਲ ਨਹੀਂ। ਤੇ ਸੁਖਦੇਵ ਸਿੰਘ ਢੀਂਡਸਾ ਕਹਿ ਰਹੇ ਨੇ ਕਿ ਹੁਣ ਵੀ ਜਿਹੜੇ ਜਾਗਦੀ ਜ਼ਮੀਰ ਵਾਲੇ ਜਿਹੜੇ ਅਕਾਲੀ ਨੇ ਉਹ ਇਹਨਾਂ ਬੀਬੀਆਂ ਤੋਂ ਹੀ ਸੇਧ ਲੈ ਲੈਣ ਘੱਟੋ ਘੱਟ। ਇਹਦਾ ਕੀ ਮਤਲਬ ਸਮਝਿਆ ਜਾਵੇ ਕਿ ਕੀ ਬੀਜੇਪੀ ਅਕਾਲੀ ਦਲ ਦੇ ਪੈਰਲਲ ਹੋਰ ਅਕਾਲੀ ਦਲ ਖੜਾ ਕਰਨਾ ਚਾਹੁੰਦੀ ਹੈ, ਜਾਂ ਜਿਵੇਂ ਉਹ ਮੁਖਤਾਰ ਅੰਸਾਰੀ ਵਾਲਾ ਮਸਲਾ ਆ ਕਿ ਅੱਕ ਤੇ ਚੱਬਣਾ ਹੀ ਪੈਣਾ, ਕੁਝ ਉਹੋ ਜਿਹਾ ਚੱਲ ਰਿਹਾ? ਇਹਨੂੰ ਆਪਾਂ 2 ਭਾਗਾਂ ਵਿੱਚ ਵੰਡ ਲੈਂਦੇ ਹਾਂ। ਪਹਿਲਾ ਹੈ ਆਮ ਆਦਮੀ ਪਾਰਟੀ ਦਾ ਰੋਲ, ਦੂਜਾ ਆਪਾਂ ਇਹਨੂੰ ਲੈ ਲਈਏ ਕਿ ਪੰਜਾਬ ਦੀ ਸਿਆਸਤ ਦੇ ਜਿਹੜਾ NDA ਗਠਬੰਧਨ ਹੈ ਤੇ ਇੰਡੀਆ ਗਠਬੰਧਨ ਹੈ ਉਹਦਾ ਅਸਰ। ਇਹਨੂੰ ਏਦਾਂ 2 ਭਾਗਾਂ 'ਚ ਵੰਡ ਲਈਏ। ਆਮ ਆਦਮੀ ਪਾਰਟੀ ਦੀ ਦਿੱਕਤ ਇਹ ਹੈ ਕਿ ਇੰਡੀਆ ਬਣਨ ਨਾਲ, ਮੇਰੀ ਸਮਝ ਸੁਖਵਿੰਦਰ ਇਹ ਕਹਿੰਦੀ ਹੈ, ਹਾਲੇ ਮੀਡੀਆ 'ਚ ਬਹੁਤ ਰਿਪੋਰਟ ਨਹੀਂ ਹੋਈ ਇਹ ਗੱਲ, ਇਹ ਵਿਸ਼ਲੇਸ਼ਣ ਮੀਡੀਆ 'ਚ ਆਇਆ ਨਹੀਂ ਹਲੇ, ਪਰ ਮੇਰੀ ਸਮਝ ਕਹਿੰਦੀ ਹੈ ਕਿ
ਇਸ ਦਾ ਇੰਡੀਆ ਵਨ ਨਾਲ ਜਿੱਥੇ ਇੱਕ ਵੱਡਾ ਫਾਇਦਾ ਵਿਰੋਧੀ ਧਿਰ ਨੂੰ ਬੀਜੇਪੀ ਦੇ ਖਿਲਾਫ ਮਿਲ ਰਿਹਾ ਹੈ, ਉੱਥੇ ਇੱਕ ਵੱਡਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋ ਰਿਹਾ ਹੈ ਇੰਡੀਆ ਵੰਡ ਨਾਲ। ਕਿਉਂਕਿ ਜਦੋਂ ਇੱਕ ਤਾਂ ਆਪਾਂ ਇਹ ਗੱਲ ਤਾਂ ਪਹਿਲਾਂ ਡਿਸਕਸ ਹੋ ਹੀ ਗਈ ਕਿ ਪਰਸੈਪਸ਼ਨ ਏਦਾਂ ਦੀ ਬਣ ਰਹੀ ਹੈ ਕਿ ਨੈਸ਼ਨਲ ਲੈਵਲ ਤੇ, ਕੌਮੀ ਪੱਧਰ ਤੇ ਬੀਜੇਪੀ ਦੀ ਟੱਕਰ 'ਚ ਇੱਕ ਵੱਡੀ ਧਿਰ ਸਾਹਮਣੇ ਆ ਗਈ। ਇੱਕ ਪਰਸੈਪਸ਼ਨ ਏਦਾਂ ਦੀ ਬਣ ਰਹੀ ਹੈ ਜਿਹਦੇ ਨਾਲ ਬੀਜੇਪੀ ਨੂੰ ਖਤਰਾ ਵੀ ਹੋਇਆ, ਉਹਦੇ ਬਿਆਨਾਂ ਤੋਂ ਘਬਰਾਹਟ ਵੀ ਲੱਗਦਾ ਵੀ ਹੈਗੀ ਹੈ, ਤੇ ਇਹ ਲੱਗਦਾ ਕਿ ਉਹ ਨੀਤੀ ਵੀ ਬਦਲਣਗੇ। ਅੱਜ ਮਣੀਪੁਰ ਤੇ ਵੀ ਪ੍ਰਧਾਨ ਮੰਤਰੀ ਨੂੰ ਬੋਲਣਾ ਪਿਆ ਜੀ। ਜੇ ਆਪਾਂ ਹੁਣ ਅਗਲੀ ਗੱਲ ਕਰੀਏ ਕਿ ਇਹਦਾ ਆਮ ਆਦਮੀ ਪਾਰਟੀ ਨੂੰ ਕੀ ਖਤਰਾ ਹੈ, ਭਾਵੇਂ ਆਮ ਆਦਮੀ ਪਾਰਟੀ ਇੰਡੀਆ ਅਲਾਇੰਸ ਦੇ ਵਿੱਚ ਆ ਗਈ, ਪਰੰਤੂ ਇਹ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਦਿੱਲੀ ਤੋਂ ਤੇ ਪੰਜਾਬ ਤੋਂ ਅੱਗੇ ਆਪਣੇ ਪੈਰ ਪਸਾਰਨਾ ਚਾਹੁੰਦੀ ਹੈ ਤਾਂ ਫਿਰ ਇੱਥੇ ਇੰਡੀਆ ਅਲਾਇੰਸ 'ਚ ਉਹਨੂੰ ਕਿਤੇ ਸੀਟਾਂ ਨਹੀਂ ਮਿਲਣਗੀਆਂ। ਹੋਰ ਅਲਾਇੰਸ ਦਾ ਮੀਨਿੰਗ ਇਹ ਹੋਇਆ ਨਾ ਕਿ ਤੁਸੀਂ ਆਪਣੇ ਆਪਣੇ ਏਰੀਏ 'ਚ, ਦਿੱਲੀ 'ਚ ਹੋ ਸਕਦਾ ਹੈ ਉਹਨਾਂ ਨੂੰ ਸੱਤਾ 'ਚੋਂ 5 ਸੀਟਾਂ ਦੇ ਦੇਣ, 2 ਕਾਂਗਰਸ ਲੈ ਲਵੇ। ਪੰਜਾਬ 'ਚ ਹੋ ਸਕਦਾ ਹੈ ਉਹਨਾਂ ਨੂੰ ਕੋਈ ਹਿੱਸਾ, ਇਹ ਜੇ ਆਪਾਂ ਮੰਨ ਕੇ ਚੱਲਦੇ ਹਾਂ ਕਿ ਜੇ ਪੰਜਾਬ 'ਚ ਇਹਨਾਂ ਦਾ ਸੀਟ ਸ਼ੇਅਰਿੰਗ ਵੀ ਸਿਰੇ ਚੜ ਜੇ ਤਾਂ ਆਪਾਂ ਮੰਨ ਲੈਂਦੇ ਹਾਂ ਕਿ ਅੱਧੋ ਅੱਧੀ ਹੋ ਜੇ, ਜਾਂ ਚਲੋ ਮੰਨ ਲਓ 7 ਆਮ ਆਦਮੀ ਨੂੰ ਮਿਲ ਜਾਣ, 6 ਤੇ ਕਾਂਗਰਸ ਲੜ ਲੇ, ਏਦਾਂ ਦਾ ਵੀ ਕੁਝ ਹੋ ਸਕਦਾ ਹੈ। ਪਰੰਤੂ ਇਹ ਤੇ ਇੱਕ ਤਾਂ ਹੋ ਗਿਆ ਨਾ ਕਿ ਆਮ ਆਦਮੀ ਦਾ ਪਾਰਟੀ ਦਾ ਜਿਹੜਾ ਅੱਗੇ ਪਸਾਰ ਚੱਲਣਾ ਸੀ, ਜੋ ਕਰਨਾ ਚਾਹੁੰਦੇ ਨੇ, ਚਾਹੇ ਉਹਨਾਂ ਨੂੰ ਵੋਟਾਂ ਘੱਟ ਮਿਲਣ, ਇਹ ਮੈਂ ਸਹਿਮਤ ਹਾਂ, ਸ਼ਾਇਦ ਵੋਟਾਂ ਘੱਟ ਮਿਲਣ, ਪਰ ਉਹ ਅਗਲੀ ਪਲਾਨ ਨਾਲ ਉਦੋਂ ਅਗਲੇ 5 ਸਾਲ, ਉਦੋਂ ਅਗਲੇ 5 ਸਾਲ ਇੱਥੇ ਉਹਨਾਂ ਤੇ ਇਹ ਪਾਬੰਦੀ ਲੱਗ ਜੇਗੀ, ਉਹਨਾਂ ਦੀਆਂ ਜਿਹੜੀਆਂ ਉਹ ਬਾਹਰਲੀਆਂ ਸਰਗਰਮੀਆਂ ਨੇ ਉਹਨਾਂ ਤੇ ਉਹਨਾਂ ਨੂੰ ਰੋਕ ਲਾਉਣੀ ਪਏਗੀ। ਅਲਾਇੰਸ ਤਾਂ ਅੱਗੇ ਚੱਲੇਗਾ, ਨਹੀਂ ਆਮ ਆਦਮੀ ਪਾਰਟੀ ਇਸ ਅਲਾਇੰਸ 'ਚ ਚੱਲ ਨਹੀਂ ਪਾਊਗੀ। ਇਸ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਇਹ ਵੱਡਾ ਜਿਹੜਾ ਚੈੱਕ ਹੈ ਨਾ ਆਮ ਆਦਮੀ ਪਾਰਟੀ ਤੇ ਲੱਗ ਜਾਏਗਾ। ਇੱਕ ਹੁਣ ਆਪਾਂ ਜਦੋਂ ਪੰਜਾਬ 'ਚ ਆਉਂਦੇ ਹਾਂ, ਪੰਜਾਬ ਵਿੱਚ ਵੀ ਦਿੱਲੀ ਵਿੱਚ ਵੀ, ਦਿੱਲੀ ਦੇ ਵਿੱਚ 1 ਨੰਬਰ ਦੀ ਪਾਰਟੀ ਤੇ 2 ਨੰਬਰ ਦੀ ਪਾਰਟੀ, ਜੇ ਆਪਾਂ ਲੋਕ ਸਭਾ ਮੁਤਾਬਕ ਚੱਲੀਏ ਤਾਂ 1 ਨੰਬਰ ਦੀ ਬੀਜੇਪੀ ਬਣ ਜਾਂਦੀ ਹੈ, 2 ਨੰਬਰ ਤੇ ਐਮਪੀ ਭਾਵੇਂ ਉਹਨਾਂ ਦਾ ਕੋਈ ਨਹੀਂ ਜਿੱਤਿਆ, ਪਰ ਵੋਟਾਂ ਦੇ ਹਿਸਾਬ ਨਾਲ ਉੱਥੇ ਵੱਡੀ ਵੋਟ ਹੈ ਜਿਹੜੀ ਉਹ ਆਮ ਆਦਮੀ ਨੂੰ ਪੈਂਦੀ ਹੈ। 3 ਨੰਬਰ ਦੀ ਪਾਰਟੀ ਉੱਥੇ ਕਾਂਗਰਸ ਹੈ। ਹੁਣ ਜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਇੰਸ ਹੋ ਜਾਂਦਾ ਹੈ ਤਾਂ ਉੱਥੇ ਕਾਂਗਰਸ ਨੂੰ ਇਹ ਡਰ ਰਹਿੰਦਾ ਵੀ ਫਿਰ ਅਸੀਂ 2 ਨੰਬਰ ਦੀ ਪਾਰਟੀ ਤਾਂ ਕਦੇ ਵੀ ਨਹੀਂ ਬਣਨੀ। ਅਲਟੀਮੇਟਲੀ ਤਾਂ ਫਿਰ ਇੱਕ ਧਿਰ ਹੋ ਜਾਏਗੀ, ਵੱਡਾ ਭਰਾ ਆਮ ਆਦਮੀ ਪਾਰਟੀ, ਛੋਟਾ ਭਰਾ ਕਾਂਗਰਸ, ਦੂਜੇ ਪਾਸੇ ਬੀਜੇਪੀ, ਏਦਾਂ ਦਾ ਹੀ ਅਲਾਇੰਸ ਬਣੂਗਾ ਨਾ। ਉਹਦੇ ਨਾਲ ਕਾਂਗਰਸ ਨੂੰ ਇੱਕ ਖਤਰਾ ਲੱਗਦਾ ਹੈ ਕਿ ਯਾਰ ਫਿਰ ਅਸੀਂ ਤਾਂ ਦਿੱਲੀ 'ਚੋਂ ਕੱਢ ਹੀ ਦਿੱਤੇ ਗਏ, ਇਹਦਾ ਮਤਲਬ ਦਿੱਲੀ 'ਚ ਫਿਰ ਅਸੀਂ ਤਾਂ ਕਦੇ ਵੀ ਨਹੀਂ ਆਵਾਂਗੇ। ਉਹ ਸ਼ੇਅਰ ਮੁਤਾਬਕ ਉਹਨਾਂ ਨੂੰ ਇੱਥੇ ਸਮਝੌਤਾ ਕਰਨਾ ਪਊਗਾ ਕਿ ਵੱਧ ਤੋਂ ਵੱਧ ਤੁਹਾਨੂੰ ਜੀ 2 ਪਾਰਲੀਮੈਂਟ ਦੀਆਂ ਸੀਟਾਂ ਮਿਲ ਸਕਣਗੀਆਂ 7 'ਚ। ਇਹ ਮੇਰਾ ਅੰਦਾਜ਼ਾ ਹੈ, ਮੈਂ ਨਹੀਂ ਕਹਿੰਦਾ ਵੀ ਇਹ ਤੈਅ ਹੋ ਗਿਆ। ਮਤਲਬ ਜਿਸ ਕਿਸਮ ਦਾ ਉਹਨਾਂ ਦੀ ਸਰਕਾਰ ਹੈ, 92 ਐਮਐਲਏ ਨੇ ਯਾਰ ਅਗਲੇ ਕੋਲੇ, ਸੌਰੀ ਜਿੰਨੇ ਵੀ ਹੈਗੇ, ਮਤਲਬ ਕਿੰਨੇ ਨੇ ਉਹਨਾਂ ਦੇ ਐਮਐਲਏ, ਗਲਤ ਕਹਿ ਗਿਆ ਮੈਂ, ਆਪਣੇ ਪੰਜਾਬ 'ਚ ਨੇ ਨਾ, ਪੰਜਾਬ ਕਾਂਗਰਸ ਦੀ ਨਹੀਂ ਦਿੱਲੀ 'ਚ ਮਤਲਬ ਵੱਡੀ ਮੈਜੋਰਿਟੀ ਹੈ ਉਹਨਾਂ ਕੋਲੇ। ਦਿੱਲੀ ਚ ਮੇਰੇ ਖਿਆਲ ਆਪਣੇ ਆ ਗਿਣਤੀ ਚੱਕ ਗਿਆ। ਹਾਂਜੀ, ਜਿਸ ਕਿਸਮ ਨਾਲ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੇ ਕਾਂਗਰਸ ਦਾ ਉੱਥੇ ਕੁਝ ਹੈ ਨਹੀਂ, ਇਸ ਕਿਸਮ ਨਾਲ ਮੈਨੂੰ ਨਹੀਂ ਲੱਗਦਾ ਵੀ ਕਾਂਗਰਸ ਕਿਸੇ ਵੀ ਕੀਮਤ ਤੇ ਕਾਂਗਰਸ ਨੂੰ 2 ਤੋਂ ਵੱਧ ਸੀਟਾਂ ਦੇ ਦੇਣਗੇ। ਉਸ ਕਰਕੇ ਕਾਂਗਰਸ ਸਰਕਾਰ ਬਣਾਉਣ ਦੇ ਨੇੜੇ ਤੇੜੇ 5-7 ਸਾਲਾਂ 'ਚ 10 ਸਾਲਾਂ 'ਚ ਦਿਖਾਈ ਨਹੀਂ ਦੇਊਗੀ। ਇਹੀ ਦਿੱਕਤ ਪੰਜਾਬ ਦੀ ਹੈ ਕਿ ਪੰਜਾਬ 'ਚ ਹੁਣ ਕਾਂਗਰਸ 2 ਨੰਬਰ ਦੀ ਪਾਰਟੀ ਹੈ, ਬੀਜੇਪੀ ਅਕਾਲੀ ਦਲ ਉਦੋਂ ਪਿੱਛੇ ਨੇ। ਜੇ ਇਹਨਾਂ ਨੂੰ ਕੱਲੇ ਕੱਲੇ ਕਰ ਲਈਏ, ਜੇ ਉਹ ਇਕੱਠੇ ਵੀ ਹੋ ਜਾਣ ਤਦ ਵੀ ਪਿੱਛੇ ਨੇ ਅੱਜ ਦੀ ਘੜੀ, ਕਿਉਂਕਿ ਮਤਲਬ 2-3 ਐਮਐਲਏ ਬੀਜੇਪੀ ਦੇ ਨੇ, 2-3 ਅਕਾਲੀ ਦਲ ਦੇ ਨੇ, ਉਹਨਾਂ ਕੋਲ 18-19 ਨੇ ਕਾਂਗਰਸ ਕੋਲ। ਹੁਣ ਜੇ ਇਹ ਸਾਰੇ ਸਿਚੁਏਸ਼ਨ ਨੂੰ ਵਿਚਾਰਦੇ ਆ, ਫਿਰ ਜੇ ਇੱਥੇ ਅਲਾਇੰਸ ਹੋਊਗਾ ਤਾਂ ਇੱਥੇ ਅਲਾਇੰਸ ਦੇ ਵਿੱਚ ਫਿਰ 2 ਧਿਰਾਂ ਬਣਨਗੀਆਂ। 2 ਧਿਰਾਂ 'ਚ ਫਿਰ ਕਾਂਗਰਸ ਹੈ ਜਿਹੜੀ ਉਹ ਛੋਟੇ ਭਰਾ ਦੇ ਰੋਲ 'ਚ ਆ ਜਾਏਗੀ। ਜਦੋਂ ਕਿ ਕਾਂਗਰਸ ਪੂਰੀ ਤਰ੍ਹਾਂ ਆਸਵੰਦ ਹੈ ਕਿ ਅਗਲੀ ਇਲੈਕਸ਼ਨ 'ਚ ਅਸੀਂ ਨੇੜੇ ਤੇੜੇ ਲੱਗ ਜਾਾਂਗੇ, ਜਾਂ ਸਰਕਾਰ ਬਣਾਵਾਂਗੇ, ਜਾਂ ਮਤਲਬ ਇਸ ਨਾਲੋਂ ਸਾਡੀ ਗਿਣਤੀ ਵਧੇਗੀ।
ਸੋ ਇਸ ਕਰਕੇ ਇੱਥੇ ਇਹ ਅਲਾਇੰਸ ਚੱਲਣ ਦੀ ਨੌਬਤ ਔਖੀ ਹੈ। ਪਾਰਲੀਮੈਂਟ 'ਚ ਸ਼ਾਇਦ ਕੋਈ ਸੀਟ ਸ਼ੇਅਰਿੰਗ ਹੋ ਜੇ, ਪਰ ਅਸੈਂਬਲੀ 'ਚ ਦੋਨੇ ਧਿਰਾਂ ਨੂੰ ਮੁਸ਼ਕਲ ਲੱਗ ਰਿਹਾ ਹੈ। ਇਹ ਇੰਟਰਸਟ ਕਿਸੇ ਤੋਂ ਨਹੀਂ ਛੱਡੇ ਜਾਣੇ। ਇਹ ਬੀਜੇਪੀ ਨੂੰ ਸੂਟ ਕਰਦਾ ਹੈ। ਜੇਕਰ ਇਹ ਏਦਾਂ ਦਾ ਅਲਾਇੰਸ ਹੋ ਜੇ ਤਾਂ ਫਿਰ ਦੂਜੇ ਪਾਸੇ ਧਿਰੀ ਕੌਣ ਬਚੇਗੀ? ਅਕਾਲੀ ਦਲ, ਬੀਜੇਪੀ ਤੇ ਢੀਂਡਸਾ ਅਕਾਲੀ ਦਲ ਕੋਈ ਮੰਨ ਲਓ, ਤਾਂ ਅਲਟੀਮੇਟਲੀ ਉਹਨਾਂ ਦਾ ਜਾਂ ਪੋਸਟ ਪੋਲ ਅਲਾਇੰਸ ਹੋ ਜਾਏਗਾ ਜਾਂ ਇਲੈਕਸ਼ਨ ਤੋਂ ਪਹਿਲਾਂ ਅਲਾਇੰਸ ਹੋ ਜਾਏਗਾ। ਇਸ ਤਰ੍ਹਾਂ ਹੀ ਧਿਰਾਂ ਬਣਨਗੀਆਂ ਨਾ ਫਿਰ। ਇਸ ਕਰਕੇ ਇਹ ਦੋ ਸੂਬਿਆਂ ਦੇ ਵਿੱਚ ਲੜਾਈ ਔਖੀ ਹੈ। ਅਗਲੀ ਲੜਾਈ ਦੀ ਪ੍ਰੋਬਲਮ ਆਉਂਦੀ ਹੈ ਇਹਨਾਂ ਨੂੰ ਬੰਗਾਲ 'ਚ ਜਾਂ ਕੇਰਲਾ 'ਚ, ਏਦਾਂ ਦੀ ਕੋਈ ਆ ਸਕਦੀ ਹੈ। ਖੈਰ ਆਪਾਂ ਪੰਜਾਬ ਦੀ ਗੱਲ ਕਰੀਏ। ਪੰਜਾਬ ਦੇ ਵਿੱਚ ਹੁਣ ਜਿਹੜੀ ਗੱਲ ਤੁਸੀਂ ਉਠਾਈ ਹੈ ਕਿ ਇੱਕ ਧਿਰ ਬਣਦੀ ਹੈ ਬੀਜੇਪੀ ਨੇ ਪੂਰਾ ਜ਼ੋਰ ਲਾਇਆ, ਸਾਂਪਲਾ ਸਾਹਿਬ ਤੋਂ ਰਿਜ਼ਾਈਨ ਵੀ ਕਰਾ ਲਿਆ, ਉਹਨਾਂ ਨੂੰ ਹੁਸ਼ਿਆਰਪੁਰ ਭੇਜ ਵੀ ਦੇਣਾ ਹੈ, ਹੁਸ਼ਿਆਰਪੁਰ ਦੀ ਸੀਟ ਲਈ ਉਹਨਾਂ ਨੇ ਤਿਆਰੀ ਵੀ ਕਰਨੀ ਹੈ, ਤੇ ਦੂਜੀਆਂ ਸੀਟਾਂ ਲਈ ਵੀ ਉਹ ਆਪਣੀਆਂ ਤਿਆਰੀਆਂ ਆਰੰਭ ਰਹੇ ਨੇ। ਮਤਲਬ ਉਹ ਇਹ ਮੰਨ ਕੇ ਚੱਲੇ ਨੇ ਕਿ ਜੇ ਸਾਨੂੰ 13 ਦੀਆਂ 13 ਤੇ ਲੜਨਾ ਪੈ ਗਿਆ ਤਾਂ ਉਸ ਸੀਟ ਸ਼ੇਅਰਿੰਗ ਜਿਹੜਾ ਹੋ ਜਾਏਗਾ ਉਹ ਦੂਸਰੇ ਢੀਂਡਸਾ ਅਕਾਲੀ ਦਲ ਨਾਲ ਹੋ ਸਕਦਾ ਹੈ, ਜਾਂ ਕਿਸੇ ਹੋਰ ਛੋਟੇ ਦਲ ਨਾਲ ਹੋ ਸਕਦਾ ਹੈ, ਜਾਂ ਕੋਈ ਹੋਰ ਛੋਟੇ ਮੋਟੇ ਲੀਡਰ ਨੇ, ਜਿਹੜੇ ਛੋਟੇ ਮੋਟੇ ਤੋਂ ਮਤਲਬ ਕੱਲੇ ਕੱਲੇ ਲੀਡਰ, ਚਾਹੇ ਵੱਡਾ ਹੀ ਹੋਵੇ, ਮਤਲਬ ਕੱਲੇ ਕੱਲੇ ਲੀਡਰ ਪਾਰਟੀਆਂ ਚੋਂ ਪੱਟ ਕੇ ਉਹਨਾਂ ਨੂੰ ਵੀ ਇਲੈਕਸ਼ਨ ਲੜਾਈ ਜਾ ਸਕਦੀ ਹੈ ਕਿਸੇ ਤਰ੍ਹਾਂ ਏਦਾਂ ਦੀ। ਸੋ ਇਸ ਕਿਸਮ ਨਾਲ ਬੀਜੇਪੀ ਇਸ ਲਾਈਨ ਤੇ ਚੱਲ ਰਹੀ ਹੈ ਆ ਸਿਚੁਏਸ਼ਨ 'ਚ। ਪਰੰਤੂ ਇਸ ਤੋਂ ਅੱਗੇ ਜਾ ਕੇ ਜਿਹੜੀ ਉਹਨਾਂ ਦੋਨਾਂ ਦੀ ਸਿਚੁਏਸ਼ਨ ਆਉਂਦੀ ਹੈ, ਅਕਾਲੀ ਦਲ ਢੀਂਡਸਾ ਤੇ ਅਕਾਲੀ ਦਲ ਬਾਦਲ ਦੀ। ਅਕਾਲੀ ਦਲ ਢੀਂਡਸਾ ਨੇ ਆਪਣੇ ਆਪ ਤੇ ਇੱਕ ਲੇਬਲ ਪਹਿਲਾਂ ਵੀ ਉਹਨਾਂ ਤੇ ਲੱਗਿਆ ਸੀ, ਪਰੰਤੂ ਹੁਣ ਉਹਨਾਂ ਨੇ ਨੰਗੇ ਚਿੱਟੇ ਰੂਪ 'ਚ ਇੱਕ ਲੇਬਲ ਲਵਾ ਲਿਆ ਕਿ ਜੀ ਅਸੀਂ ਬੀਜੇਪੀ ਨਾਲ ਆ। ਐਲਾਨੀਆਂ ਤੌਰ ਤੇ ਉਹਨਾਂ ਨੇ ਇਹ ਗੱਲ ਮੰਨ ਲਈ। ਅਕਾਲੀ ਦਲ ਬਾਦਲ ਇਹ ਗੱਲ ਮੰਨਣ ਨੂੰ ਤਿਆਰ ਨਹੀਂ। ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜਿਹੜੀ ਗੱਲ ਮੈਂ ਤੁਹਾਡੇ ਨਾਲ ਪਹਿਲਾਂ ਵੀ ਉਠਾਈ ਸੀ ਕਿ ਉਹ ਮੰਨਣ ਤਾਂ ਕਿਸ ਗੱਲ ਤੇ, ਮਤਲਬ ਇੱਕ ਤੇ ਪਹਿਲਾਂ ਉਹਨਾਂ ਨੂੰ ਬਾਹਰ ਕੱਢਤਾ, ਹੁਣ ਇਹਨਾਂ ਨੂੰ ਕਹਿੰਦੇ ਵੀ ਅਸੀਂ ਵੱਡੇ ਭਾਈ ਦਾ ਰੋਲ ਵੀ ਕਰਾਂਗੇ। ਮਤਲਬ ਉਹਨਾਂ ਨੂੰ ਬਿਨਾਂ ਕੁਝ ਦਿੱਤੇ ਪਹਿਲਾਂ ਨਾਲੋਂ ਉਹਨਾਂ ਦੀ ਤਾਕਤ ਘਟਾ ਕੇ ਜਦੋਂ ਸਮਝੌਤਾ ਹੁੰਦਾ ਹੈ, ਉਹ ਅਕਾਲੀ ਦਲ ਨੂੰ ਬੜਾ ਔਖਾ ਲੱਗਦਾ ਵੀ ਪਬਲਿਕ ਦੇ ਵਿੱਚ ਕੀ ਮੂੰਹ ਲੈ ਕੇ ਜਾਵਾਂਗੇ। ਠੀਕ ਹੈ ਕਿ ਨਹੀਂ? ਹੁਣ ਤਾਂ ਮਤਲਬ ਇਹ ਗੱਲ ਚੱਲ ਰਹੀ ਹੈ ਕਿ ਅੱਧੀਆਂ ਸੀਟਾਂ ਪਾਰਲੀਮੈਂਟ ਦੀਆਂ ਵੰਡ ਲਓ, ਜਦੋਂ ਕਿ ਪਹਿਲਾਂ ਬੀਜੇਪੀ ਨੂੰ 3 ਦਿੱਤੀਆਂ ਜਾਂਦੀਆਂ ਸੀ। ਜਿਹੜੀਆਂ ਮੀਡੀਆ 'ਚੋਂ ਗੱਲਾਂ ਆ ਰਹੀਆਂ ਨੇ, ਬਾਕੀ ਪਤਾ ਨਹੀਂ, ਸਮਝੌਤਾ ਤਾਂ ਹੋਇਆ ਨਹੀਂ, ਇਹਦੇ ਵਿੱਚ ਕੀ ਗੱਲ ਹੋਈ ਅੰਦਰ ਖਾਤੇ ਆਪਾਂ ਨੂੰ ਨਹੀਂ ਪਤਾ। ਸੋ ਇਸ ਕਰਕੇ ਅਕਾਲੀ ਦਲ ਬਾਦਲ ਬੜੀ ਕਸੂਤੀ ਸਥਿਤੀ 'ਚ ਫਸਿਆ। ਬੀਜੇਪੀ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਅਕਾਲੀ ਦਲ ਬਾਦਲ ਨਾ ਹੀ ਪ੍ਰੀ ਪੋਲ 'ਚ ਨਾ ਪੋਸਟ ਪੋਲ ਅਲਾਇੰਸ 'ਚ ਉਹ ਕਿਸੇ ਵੀ ਤਰ੍ਹਾਂ ਉਸ ਧਿਰ ਨਾਲ ਜਾਣਾ ਉਹਦੇ ਲਈ ਮੁਸ਼ਕਿਲ ਹੈ। ਵੈਸੇ ਤਾਂ ਸਿਆਸਤ 'ਚ ਮੁਸ਼ਕਿਲ ਕੁਝ ਨਹੀਂ ਹੁੰਦਾ, ਪਰ ਉਸ ਧਿਰ ਨਾਲ ਜਾਣਾ ਮੁਸ਼ਕਿਲ ਹੈ ਜਿਸ ਦੇ ਵਿੱਚ ਕਾਂਗਰਸ ਦਾ ਮੇਜਰ ਰੋਲ ਹੋਏਗਾ। ਰਾਈਟ? ਹਾਂ, ਜਾਂ ਤਾਂ ਹੁਣ ਅਕਾਲੀ ਦਲ ਇੰਨਾ ਡੈਮੋਕ੍ਰੇਟਿਕ ਹੋ ਜਾਏ, ਉਹ ਕਹੇ ਵੀ ਮੈਂ ਕਿਸੇ ਪਾਰਟੀ ਦਾ ਕੋਈ ਮਤਲਬ ਨਹੀਂ, ਅਸੀਂ ਤਾਂ ਉਹਨਾਂ ਨਾਲ ਜਾਵਾਂਗੇ ਜਿਹੜੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ। ਉਹ ਚਾਹੇ ਕਾਂਗਰਸ ਵੀ ਹੋਵੇ, ਬਾਅਦ ਚ ਮਤਲਬ ਵੀ ਉਹਦੀਆਂ ਜਸਟੀਫਿਕੇਸ਼ਨ ਆਪ ਹੀ ਬਣਾ ਲੈਂਦੇ ਹੁੰਦੇ ਨੇ ਲੀਡਰ। ਪਰ ਉਹ ਇਹ ਲੱਗ ਰਿਹਾ ਕਿ ਉਹਨਾਂ ਲਈ ਇਹ ਗੱਲ ਮੁਸ਼ਕਿਲ ਹੈ। ਔਰ ਰੀਜਨਲ ਪਾਰਟੀਆਂ ਦੀ ਇੱਕ ਇਹ ਪ੍ਰੋਬਲਮ ਰਹਿੰਦੀ ਹੈ, ਉਹ ਕੋਈ ਵੀ ਰੀਜਨਲ ਪਾਰਟੀ ਹੋਵੇ, ਜੇ ਉਹ ਲਗਾਤਾਰ ਸੱਤਾ ਚੋਂ 10 ਸਾਲ 15 ਸਾਲ 20 ਸਾਲ ਬਾਹਰ ਰਹਿ ਜਾਂਦੇ ਨੇ ਤਾਂ ਉਹ ਪਾਰਟੀਆਂ ਇੰਨੀਆਂ ਕਮਜ਼ੋਰ ਹੋ ਜਾਂਦੀਆਂ ਨੇ। ਉਹ ਆਪਾਂ ਜੈਲਲਤਾ ਵਾਲੀ ਪਾਰਟੀ ਦੇਖ ਸਕਦੇ ਹਾਂ, ਚੌਟਾਲਿਆਂ ਵਾਲੀ ਪਾਰਟੀ ਹਰਿਆਣੇ 'ਚ ਦੇਖ ਸਕਦੇ ਹਾਂ, ਏਦਾਂ ਦੀਆਂ ਹੋਰ ਵੀ ਉਦਾਹਰਨਾਂ ਹੈਗੀਆਂ ਨੇ ਕਿ ਉਹ ਪਾਰਟੀਆਂ ਕਮਜ਼ੋਰ ਹੋ ਜਾਂਦੀਆਂ ਨੇ ਬਹੁਤ। ਪਰੰਤੂ ਪੰਜਾਬ ਦੀ ਸਿਆਸਤ 'ਚ ਇੱਕ ਕੱਲ ਮੀਡੀਆ 'ਚ ਸ਼ਾਇਦ ਤੁਹਾਡੇ ਵੀ ਧਿਆਨ 'ਚ ਆਇਆ ਹੋਊਗਾ, ਇਹ ਨੁਕਤਾ ਬਚਦਾ ਅਕਾਲੀ ਦਲ ਤੋਂ ਬਿਨਾਂ, ਕਿ ਕੱਲ ਇੱਕ ਨਵੀਂ ਅਪੀਲ ਆਈ ਹੈ ਕਾਂਗਰਸ ਵੱਲੋਂ ਕਿ ਅਸੀਂ ਅਮਰਿੰਦਰ ਸਿੰਘ ਤੇ ਗੁਲਾਮ ਨਬੀ ਆਜ਼ਾਦ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਹ ਸਾਡੇ ਫੋਲਡ 'ਚ ਵਾਪਸ ਆਉਣਾ ਚਾਹੁੰਦੇ ਨੇ ਸਾਡੇ ਦਲ 'ਚ, ਅਸੀਂ ਉਹਨਾਂ ਦਾ ਸਵਾਗਤ ਕਰਾਂਗੇ। ਏਦਾਂ ਦੇ ਸੰਕੇਤ ਮਿਲੇ ਨੇ। ਮਤਲਬ ਇਹ ਕਿਉਂ ਦਿੱਤਾ ਬਿਆਨ? ਕਿਉਂਕਿ ਸਿਆਸਤ ਦੇ ਵਿੱਚ ਕੋਈ ਵੀ ਬਿਆਨ ਜਿਹੜਾ ਦਿੱਤਾ ਜਾਂਦਾ ਹੈ ਉਹ ਮੀਨਿੰਗਲੈਸ ਨਹੀਂ ਹੁੰਦਾ, ਉਹਦੇ ਅਰਥ ਬੜੇ ਹੋਰ ਤਰ੍ਹਾਂ ਦੇ ਹੁੰਦੇ ਨੇ। ਸੋ ਇਸ ਕਰਕੇ ਇਹਦਾ ਅਰਥ ਕੀ ਹੈ? ਇਹਦਾ ਅਰਥ ਇਹ ਵੀ ਹੋ ਸਕਦਾ ਹੈ ਕਿ ਉਹ ਇਹਨਾਂ ਨੂੰ ਲੈਣਾ ਚਾਹੁੰਦੇ ਨੇ, ਇਹ ਵੀ ਹੋ ਸਕਦਾ ਹੈ ਕਿ ਅਮਰਿੰਦਰ ਸਿੰਘ ਦਾ ਜਿਹੜਾ ਗਵਰਨਰ ਦਾ ਚਰਚਾ ਹੈ, ਸ਼ਾਇਦ ਉਹਨੂੰ ਸਕਟਲ ਕਰਨ ਲਈ ਕੋਈ ਗੇਮ ਹੋ ਸਕਦੀ ਹੈ। ਸਿਆਸਤ ਦੀਆਂ ਚਾਲਾਂ ਟੇਢੀਆਂ ਹੁੰਦੀਆਂ ਨੇ, ਕਈ ਵਾਰੀ ਬਾਅਦ ਵਿੱਚ ਸਮਝ 'ਚ ਆਉਂਦੀਆਂ ਨੇ। ਸੋ ਇੱਕ ਇਹ ਵੀ ਪੰਜਾਬ ਦਾ ਜਿਹੜਾ ਨੁਕਤਾ ਹੈ, ਜਿਹੜਾ ਨਵਾਂ ਉੱਭਰ ਕੇ ਕੱਲ ਦਿਖਾਈ ਦਿੱਤਾ।
ਹੁਣ ਤੁਸੀਂ ਦੱਸੋ ਜੀ, ਕੋਈ ਹੋਰ ਸਵਾਲ ਹੈ ਜਿਹੜਾ? ਜੇ ਕੈਪਟਨ ਸਾਹਿਬ ਨੂੰ ਆਫਰ ਦਿੱਤੀ ਹੈ ਤੇ ਉਧਰ ਸਿੱਧੂ ਸਾਹਿਬ ਵੀ ਬੈਠੇ ਨੇ, ਫਿਰ ਉਹ ਕਿਸ ਤਰ੍ਹਾਂ ਦੀ ਅੱਗੇ ਸਿਆਸਤ ਨੂੰ ਆਪਣੀ ਨੂੰ ਅੱਗੇ ਵਧਾਉਣਗੇ? ਪਰ ਇਹ ਹੈ ਵੀ ਸਿੱਧੂ ਸਾਹਿਬ ਦੇ ਬਾਰੇ ਚ ਅੱਜ ਕੱਲ੍ਹ ਕਿਹਾ ਜਾਂਦਾ ਹੈ ਕਿ ਉਹ ਕਾਫੀ ਬਦਲ ਚੁੱਕੇ ਨੇ ਜਦੋਂ ਤੋਂ ਜੇਲ੍ਹ ਤੋਂ ਬਾਹਰ ਆਏ ਨੇ, ਜਾਂ ਜਿਵੇਂ ਉਹਨਾਂ ਨੇ ਮਜੀਠੀਆ ਨੂੰ ਜੱਫੀ ਪਾਈ, ਜਿਹੋ ਜਿਹੀ ਚਰਚਾ ਉਦੋਂ ਛਿੜੀ, ਤੇ ਹੁਣ ਕੈਪਟਨ ਸਾਹਿਬ ਨੂੰ ਲੈ ਕੇ ਹੋ ਸਕਦਾ ਸਿਆਸਤ ਦੇ ਵਿੱਚ ਨਾ ਕੋਈ ਪੱਕਾ ਦੋਸਤ ਨਾ ਦੁਸ਼ਮਣ, ਜਦੋਂ ਇਹ ਹੋਵੇ ਕਿ ਕੁਰਸੀ ਕਿੱਦਾਂ ਪੱਕੀ ਕਰਨੀ ਹੈ, ਫਿਰ ਸਮਝੌਤੇ ਵੀ ਜਿਹੜੇ ਉਹ ਨਾਲੋਂ ਨਾਲ ਚੱਲਦੇ ਰਹਿੰਦੇ ਨੇ। ਮੈਂ ਪ੍ਰੋਫੈਸਰ ਇਸ ਗੱਲ ਨੂੰ ਥੋੜਾ ਅੱਗੇ ਤੋਰਾਂਗਾ। ਜਦੋਂ ਅਸੀਂ ਪੰਥਕ ਸਿਆਸਤ ਦੀ ਗੱਲ ਕਰਦੇ ਹਾਂ, ਤੁਸੀਂ ਚਾਹੋ ਤੇ ਕੈਪਟਨ ਦੇ ਸਿੱਧੂ ਵਾਲੀ ਗੱਲ ਤੋਰ ਸਕਦੇ ਹੋ। ਜਦੋਂ ਅਸੀਂ ਪੰਥਕ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਮੁੱਖ ਮੰਤਰੀ ਭਗਵੰਤ ਮਾਨ ਬੜਾ ਬੋਝ ਕੇ ਪੈਰ ਧਰਦੇ ਨੇ। ਪਿਛਲੇ ਦਿਨਾਂ ਦੇ ਵਿੱਚ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਨੇ ਸੱਦਿਆ ਸੀ ਕਿ ਆ ਜਿਹੜਾ ਗੁਰਦੁਆਰਾ ਐਕਟ ਦੇ ਵਿੱਚ ਦਖਲ ਅੰਦਾਜ਼ੀ, ਇਹਨੂੰ ਲੈ ਕੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। 2 ਵਾਰ ਸੱਦਿਆ, ਨਹੀਂ ਪਹੁੰਚੇ। ਤੀਜੀ ਵਾਰ ਜਿਹੜਾ ਆ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਮਐਲਏ ਪਹੁੰਚੇ, ਉਵੇਂ ਜਿਵੇਂ ਕੈਪਟਨ ਸਾਹਿਬ ਦੇ ਵੱਲੋਂ ਸੁਖਜਿੰਦਰ ਰੰਧਾਵਾ ਸਾਹਿਬ ਹੋਰੀ ਪਹੁੰਚੇ ਸੀ, ਉਹਨਾਂ ਨੇ ਵੀ ਮੁਤਵਾਜ਼ੀ ਜਥੇਦਾਰਾਂ ਨੂੰ ਤਵੱਜੋ ਦਿੱਤੀ ਆ। ਜਦੋਂ ਭਗਵੰਤ ਮਾਨ ਸਾਹਿਬ ਇਹਨੂੰ ਲੈ ਕੇ ਇੰਟਰਸਟ ਦਿਖਾਉਂਦੇ ਨੇ, ਮੁਤਵਾਜ਼ੀ ਜਥੇਦਾਰਾਂ ਦੇ ਅੱਗੇ ਪੇਸ਼ ਹੋ ਕੇ, ਜਾਂ ਜਿਵੇਂ ਵੀ ਉਹਨਾਂ ਦੇ ਬੰਦੇ ਉੱਤੇ ਜਾਂਦੇ ਨੇ, ਐਮਐਲਏ ਸਾਹਿਬਾਨ ਆਪਣੇ ਵੱਲੋਂ ਸਪਸ਼ਟੀਕਰਨ ਪੇਸ਼ ਕਰਦੇ ਨੇ ਮੁੱਖ ਮੰਤਰੀ ਸਾਹਿਬ ਵੱਲੋਂ ਭੇਜਿਆ ਹੋਇਆ, ਤਾਂ ਇਹਦਾ ਕੀ ਮਾਇਨੇ ਇਹਦੇ ਸਮਝੇ ਜਾਣ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸਿਆਸਤ, ਪੰਥਕ ਸਿਆਸਤ ਜਿਹੜੀ ਹੈ ਉਹ ਹੋ ਸਕਦੀ ਹੈ, ਜਿੱਥੇ ਇੱਕ ਪਾਸੇ ਇੱਕ ਜਥੇਦਾਰ ਹੈ ਜਿਹਨੂੰ ਅਕਾਲੀ ਦਲ ਦੀ ਗੱਲ ਕਹਿ ਦਿੱਤਾ ਜਾਂਦਾ ਕਿ ਉਹਨਾਂ ਦੀ ਪਰਚੀਆਂ ਚੋਂ ਨਿਕਲਦੇ ਨੇ, ਜਾਂ ਜਿਵੇਂ ਵੀ ਹੈ ਜੋ ਵੀ ਪੀਟੀਸੀ ਵਾਲਾ ਰੌਲਾ ਪਿਆ, ਤੇ ਦੂਜੇ ਬੰਨੇ ਮੁੱਖ ਮੰਤਰੀ ਸਾਹਿਬ ਨੇ ਵੀ ਉਸੇ ਲੀਹ ਨੂੰ ਫੜਿਆ ਜਿਹੜੀ ਲੀਹ ਤੇ ਕੈਪਟਨ ਸਾਹਿਬ ਤੁਰੇ ਸੀ। ਦੇਖੋ ਸੁਖਵਿੰਦਰ, ਇਹ ਹੁੰਦਾ, ਮੈਂ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਸਿਆਸਤ ਦੇ ਵਿੱਚ ਜਿਹੜਾ ਵੀ ਬਿਆਨ ਦਿੱਤਾ ਜਾਂਦਾ ਨਾ, ਇਹ ਕਦੇ ਨਹੀਂ ਹੋ ਸਕਦਾ, ਜਾਂ ਜਿਹੜਾ ਐਕਸ਼ਨ ਲਿਆ ਜਾਂਦਾ ਹੈ ਕਦੇ ਨਹੀਂ ਹੋ ਸਕਦਾ ਕਿ ਉਹਦਾ ਕੋਈ ਮੀਨਿੰਗ ਨਾ ਹੋਵੇ। ਮੀਨਿੰਗ ਹੁੰਦਾ ਹੈ। ਅੱਛਾ, ਇਹ ਜ਼ਰੂਰੀ ਨਹੀਂ ਹੁੰਦਾ ਕਿ ਉਹ ਜਿਵੇਂ ਦਿਖਾਈ ਦਿੰਦਾ ਉਹਦਾ ਮੀਨਿੰਗ ਏਦਾਂ ਹੀ ਹੋਵੇ। ਕਈ ਵਾਰ ਬਹੁਤ ਵਾਰ ਲੀਡਰ ਇਹ ਕਹਿੰਦੇ ਨੇ ਕਿ ਇਹ ਕੰਮ ਨਹੀਂ ਕੀਤਾ ਜਾਏਗਾ, ਦੂਜੇ ਦਿਨ ਉਹੀ ਕੰਮ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਜੀ ਨੇ ਕਿਹਾ ਇਹ ਗਰੰਟੀ ਹੈ, ਸਾਰਿਆਂ ਨੂੰ ਟੰਗ ਦਿਆਂਗੇ, ਸਾਰਿਆਂ ਨੂੰ ਸਜ਼ਾ ਹੋਏਗੀ, ਤੀਸਰੇ ਦਿਨ ਸਿਚੁਏਸ਼ਨ ਕੁਝ ਹੋਰ ਹੋਈ। ਸੋ ਇਸ ਕਰਕੇ ਸਿਆਸਤ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ। ਪਰੰਤੂ ਫਿਰ ਵੀ ਐਜ਼ ਵਿਸ਼ਲੇਸ਼ਕ ਦੇ ਤੌਰ ਤੇ ਜਦੋਂ ਆਪਾਂ ਬੈਠਦੇ ਹਾਂ, ਆਪਾਂ ਤਾਂ ਸੰਕੇਤ ਹੀ ਪੜ੍ਹ ਸਕਦੇ ਹਾਂ ਨਾ ਕਿ ਇਹ ਗੱਲ ਦੇ ਕੀ ਕੀ ਸੰਕੇਤ ਬਣਦੇ ਨੇ। ਇਸ ਗੱਲ ਦਾ ਇੱਕ ਸੰਕੇਤ ਇਹ ਆ ਰਿਹਾ ਹੈ ਕਿ ਜਾਣ ਬੁੱਝ ਕੇ ਜਿਹੜੀਆਂ ਪਾਰਟੀਆਂ ਦਾ ਕੰਪੀਟੀਸ਼ਨ, ਮੁਕਾਬਲਾ ਅਕਾਲੀ ਦਲ ਬਾਦਲ ਨਾਲ ਹੈ, ਉਹ ਅਕਾਲੀ ਦਲ ਬਾਦਲ ਦੇ ਧਾਰਮਿਕ ਪ੍ਰੋਗਰਾਮ, ਸਪੈਸ਼ਲੀ ਐਸਜੀਪੀਸੀ ਤੇ ਇੱਕ ਹਮਲਾ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਕਰ ਰਹੇ ਨੇ, ਜਿਹਦੇ ਨਾਲ ਐਸਜੀਪੀਸੀ ਤੇ ਇੱਕ ਵਿਸ਼ੇਸ਼ ਦਬਾਅ ਬਣੇ ਤੇ ਉਹ ਐਸਜੀਪੀਸੀ ਆਪਣੇ ਆਪ ਹੀ ਮੰਗ ਕਰੇ ਕਿ ਜੀ ਇਹਦੇ ਨਾਲੋਂ ਚੰਗਾ ਹੈ ਕਿ ਐਸਜੀਪੀਸੀ ਦੀ ਚੋਣ ਕਰਾ ਲਓ। ਇਹ ਹਮਲਾ ਇੱਕ ਤਰਫੋਂ ਨਹੀਂ ਹੋ ਰਿਹਾ। ਤੁਸੀਂ ਭਗਵੰਤ ਮਾਨ ਜੀ ਦਾ ਨਾਮ ਲਿਆ, ਪਿਛਲੇ ਦਿਨ ਯਾਦ ਕਰੋ ਸਾਬਕਾ ਜਥੇਦਾਰ ਰਣਜੀਤ ਸਿੰਘ ਜੀ ਨੇ ਵੀ ਵੱਡੇ ਹਮਲੇ ਬੋਲੇ ਨੇ। ਕੱਲੇ ਪਹਿਲਾਂ ਉਹ ਰੋਟੀ ਵਾਲੇ ਜਿਹੜੇ ਉਹਨੂੰ, ਉਹ ਤਾਂ ਝੂਠ ਸ਼ਬਦ ਵਰਤਦੇ ਨੇ ਉਹਦੇ ਲਈ, ਤੇ ਛਾਣ ਬੂਰਾ ਤੇ ਝੂਠ ਵੇਚਣ ਵਾਲੀ ਜਿਹੜੀ ਗੱਲ ਕਰੋੜ ਦੀ ਆਈ। ਲੇਕਿਨ ਕੱਲ ਫੇਰ ਉਹਨਾਂ ਦੀ ਕੋਈ ਵੀਡੀਓ ਆਈ ਹੈ ਜਿਹਦੇ ਵਿੱਚ ਉਹਨਾਂ ਨੇ ਹੋਰ ਵੱਡੇ ਦੋਸ਼ ਲਾਏ ਨੇ ਕਿ ਜ਼ਮੀਨਾਂ ਨੇ ਜਿਹੜੀਆਂ, ਸਪੈਸ਼ਲੀ ਚੋਲਾ ਸਾਹਿਬ ਗੁਰਦੁਆਰੇ ਦਾ ਬੜਾ ਵੱਡਾ ਦੋਸ਼ ਲਾਇਆ ਕਿ 34 ਏਕੜ ਦੇ ਆਲੇ ਦੁਆਲੇ ਇੱਕ ਕਾਲਜ ਦੇ ਉਹਨਾਂ ਨੇ ਚਾਰਦੀਵਾਰੀ ਕਰਾਈ ਹੈ ਐਸਜੀਪੀਸੀ ਨੇ ਖਰਚੇ ਤੇ। ਉਹ ਕਹਿੰਦੇ 34 ਏਕੜ ਦੇ ਚਾਰਦੀਵਾਰੀ ਕਾਹਦੇ ਲਈ ਕਰਾਉਣੀ ਸੀ, ਕਾਲਜ ਦੇ ਆਲੇ ਦੁਆਲੇ ਕਰਾਉਂਦੀ। ਉਹ ਕਹਿੰਦੇ ਇਸ ਲਈ ਕਰਾਈ ਗਈ ਹੈ ਕਿ ਇਹਦੇ ਵਿੱਚ ਘਪਲਾ ਹੈ। ਹੋਰ ਕਈ ਗੱਲਾਂ 'ਚ ਉਹਨਾਂ ਨੇ ਘਪਲਾ ਦੱਸਿਆ, ਜਿਹੜੀਆਂ ਉਹ ਗੱਲਾਂ ਉਠਾਈਆਂ ਨੇ। ਉਹਦੇ ਨਾਲ ਕੁਦਰਤੀ ਹੈ ਕਿ ਐਸਜੀਪੀਸੀ ਦੇ ਲੀਡਰਾਂ ਤੇ ਦਬਾਅ ਵੱਧਦਾ ਹੈ। ਜਿਸ ਕਿਸਮ ਨਾਲ ਐਸਜੀਪੀਸੀ ਦੇ ਲੀਡਰ ਸਾਹਿਬਾਨ ਨੇ ਆਪਣਾ ਇਹ ਜਿਹੜਾ ਗੁਰਬਾਣੀ ਦੇ ਪ੍ਰਸਾਰ ਬਾਰੇ ਜੋ ਫੈਸਲਾ ਲਿਆ ਹੈ, ਉਹਦੇ ਤੇ ਪਹਿਲਾਂ ਹੀ ਕਿੰਤੂ ਪਰੰਤੂ ਉੱਠ ਗਿਆ। ਉਹ 'ਚ ਇਹ ਆ ਗਿਆ ਕਿ ਇਹ ਚੈਨਲ ਕਿਹਦਾ ਹੈ ਜਿਹੜਾ ਤੁਸੀਂ ਚਲਾ ਰਹੇ ਹੋ, ਇਹਦੇ ਕਰਤਾ ਧਰਤਾ ਕੌਣ ਨੇ। ਉਹ ਕਿਸੇ ਤਰ੍ਹਾਂ ਬੀਬੀ ਹਰਸਿਮਰਤ ਕੌਰ ਨਾਲ ਜੋੜ ਦਿੱਤਾ ਗਿਆ ਕਿ ਉਹ ਸਾਰਾ ਕੁਝ ਵੀ ਉਹਨਾਂ ਦਾ ਤਾਣਾ ਬਾਣਾ ਹੈ। ਉਹ ਕਹਿੰਦੇ ਜੇ ਉਹਨਾਂ ਨੂੰ ਹੀ ਦੇਣਾ ਹੈ ਫਿਰ ਇਹ ਚੈਨਲ ਪੀਟੀਸੀ ਤੋਂ ਲੈਣਾ ਕਾਹਦੇ ਲਈ ਹੈ, ਠੀਕ ਹੈ ਕਿ ਨਹੀਂ। ਸੋ ਇਸ ਕਿਸਮ ਨਾਲ ਜਿਹੜਾ ਇਹ ਹੈ, ਇਹ ਚੌਤਰਫਾ ਹਮਲਾ ਹੈ। ਹੁਣ ਜਦੋਂ ਕਿਸੇ ਵੀ ਤਰ੍ਹਾਂ, ਚਾਹੇ ਉਹ ਕਾਂਗਰਸ ਲੀਡਰ ਵੱਲੋਂ ਮੁਤਵਾਜ਼ੀ ਜਥੇਦਾਰ ਨੂੰ ਮਾਨਤਾ ਦੇਣੀ ਹੈ, ਜਾਂ ਮੌਕੇ ਦੇ ਮੁੱਖ ਮੰਤਰੀ ਵੱਲੋਂ ਮੁਤਵਾਜ਼ੀ ਜਥੇਦਾਰ ਦੇ ਜਿਹੜਾ ਪੱਤਰ ਦਾ ਜਵਾਬ ਦੇਣਾ, ਦੋਸ਼ਾਂ ਦਾ ਜਵਾਬ ਦੇਣਾ ਹੈ,
ਇਹਦਾ ਮਤਲਬ ਇਹ ਹੈ ਅਸਿੱਧੇ ਰੂਪ ਚ ਤਾਂ ਕਿ ਉਹ ਜਥੇਦਾਰ ਨੂੰ ਮਾਨਤਾ ਦੇਣੀ ਹੈ, ਤੇ ਉਹ ਜਥੇਦਾਰ ਨੂੰ ਜੇ ਮਾਨਤਾ ਦਿੱਤੀ ਜਾਂਦੀ ਹੈ, ਇਹਦਾ ਮਤਲਬ ਇਹ ਹੈ ਫਿਰ ਉਹ ਜਿਹੜੀ ਗੱਲ ਕਹਿੰਦੇ ਨੇ ਉਹਦੇ ਤੇ ਯਕੀਨ ਕਰੋ, ਤੇ ਅਲਟੀਮੇਟਲੀ ਉਹ ਅਕਾਲੀ ਦਲ ਬਾਦਲ ਤੇ ਹਮਲਾ ਕਰਦੇ ਨੇ। ਉਹ ਕਹਿੰਦੇ ਨੇ ਕਿ ਜਿਹੜਾ ਹਰਮੰਦਰ ਸਾਹਿਬ ਹੈ ਉਹਨੂੰ ਮੁਕਤ ਕਰਾਈਏ। ਸੋ ਇਸ ਕਿਸਮ ਨਾਲ, ਇਸ ਗੱਲ ਨਾਲ ਉਹਨੂੰ ਤੂਲ ਮਿਲਦਾ ਉਹ ਗੱਲਾਂ ਨੂੰ। ਤੇ ਸ਼੍ਰੋਮਣੀ ਕਮੇਟੀ ਜਿਹਦਾ ਕੰਟਰੋਲ ਅਕਾਲੀ ਦਲ ਕੋਲ ਹੈ, ਅਕਾਲੀ ਦਲ ਕੋਲ ਭਾਵ ਸੁਖਬੀਰ ਬਾਦਲ ਜੀਆਂ ਕੋਲ ਹੈ ਕਿ ਕਿਹਨੂੰ ਪ੍ਰਧਾਨ ਬਣਾਉਣਾ, ਜਾਂ ਉਹਨਾਂ ਦੇ ਮੈਂਬਰ ਜ਼ਿਆਦਾ ਨੇ ਉੱਥੇ, ਔਰ ਉਹਦੇ ਵਿੱਚ ਸਿੱਧਾ ਚੈਲੰਜ ਹੈ ਜਿਹੜਾ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੈ। ਹੁਣ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਉੱਪਰ ਪਹਿਲਾ ਜਿਹੜਾ ਜ਼ਿੰਮੇਵਾਰੀ ਇਹ ਹੈ ਕਿ ਉਹ ਬਿਆਨ ਦੇਵੇ ਹੁਣ ਕਿ ਕੀ ਭਗਵੰਤ ਮਾਨ ਗਲਤ ਨੇ, ਕੀ ਮਤਵਾਜੀ ਜਥੇਦਾਰ ਦੀ ਕੋਈ ਹੈਸੀਅਤ ਹੈ ਜਾਂ ਨਹੀਂ ਹੈ, ਜੇ ਹੈ ਤਾਂ ਕੀ ਹੈ। ਫਿਰ ਵੀ ਜੇ ਉਹ ਅਕਾਲ ਤਖਤ ਤੇ ਆ ਕੇ ਕੋਈ ਜਿਹੜਾ ਲੈਟਰ ਹੈ ਉਹ ਰਿਸੀਵ ਕਰਦੇ ਨੇ, ਇਹਦਾ ਕੀ ਮਤਲਬ ਹੈ? ਜਾਂ ਅਕਾਲ ਤਖਤ ਦਾ ਜਥੇਦਾਰ ਜਵਾਬ ਦੇਵੇ ਕਿ ਵੀ ਜਥੇਦਾਰ ਮੈਂ ਆ ਕਿ ਜਥੇਦਾਰ ਇਹ ਹੈ। ਸੋ ਅਲਟੀਮੇਟਲੀ ਪ੍ਰੈਸ਼ਰ, ਇਹ ਮੇਰਾ ਖਿਆਲ ਹੈ ਟੇਢੇ ਢੰਗ ਨਾਲ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਹੈ, ਤੇ ਇਹ ਪ੍ਰੈਸ਼ਰ ਦੇ ਸਾਹਮਣੇ ਕੋਈ ਨਾ ਕੋਈ ਉਹਨਾਂ ਨੂੰ ਜਵਾਬ ਦੇਣਾ ਪਏਗਾ। ਔਰ ਜਦੋਂ ਇਹ ਜਵਾਬ ਦਿੰਦੇ ਨੇ ਉਦੋਂ ਹੀ ਪਰਸੈਪਸ਼ਨ ਇਹ ਬਣਦੀ ਹੈ ਕਿ ਦੇਖਿਆ ਜੀ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਕਿ ਬਾਦਲ ਦਾ ਕੰਟਰੋਲ ਹੈ ਜੀ, ਸੁਖਬੀਰ ਬਾਦਲ ਦਾ ਕੰਟਰੋਲ ਹੈ ਕਮੇਟੀ ਤੇ। ਸੋ ਮੈਨੂੰ ਇਹ ਲੱਗ ਰਿਹਾ ਕਿ ਇਸ ਦੇ ਵਿੱਚ ਇੰਨੇ ਸਿਆਸਤ ਦੇ ਵਿੱਚ ਕੋਈ ਨਿਆਣੇ ਨਹੀਂ ਹੁੰਦੇ। ਕਈ ਵਾਰ ਇਹ ਕਿਤੇ ਕਿਤੇ ਲੱਗਦਾ ਹੈ ਕਿ ਮੁੱਖ ਮੰਤਰੀ ਕਿਉਂ ਧਾਰਮਿਕ ਕੰਮਾਂ 'ਚ ਆਪਣੀ ਲੱਤ ਫਸਾ ਰਹੇ ਨੇ। ਪਹਿਲਾਂ ਜਿਹੜਾ ਉਹ ਵਿਧਾਨ ਸਭਾ 'ਚ ਪਾਸ ਹੋਇਆ ਉਹਦੇ ਵਿੱਚ ਕਿਰਕਰੀ ਵੀ ਹੋਈ, ਗਵਰਨਰ ਸਾਹਿਬ ਨੇ ਕੁਝ ਹੋਰ ਵੀ ਕਿਹਾ, ਪਰੰਤੂ ਮੈਨੂੰ ਇਹ ਲੱਗ ਰਿਹਾ ਕਿ ਇਸ ਪਾਸੇ ਨੂੰ ਜਾ ਕੇ ਜਨਤਾ ਦੇ ਵਿੱਚ ਇਹ ਗੱਲ ਜਾਂਦੀ ਹੈ ਕਿ ਹਾਂ ਇਹ ਗੱਲ ਤਾਂ ਮਤਲਬ ਮੁੱਖ ਮੰਤਰੀ ਠੀਕ ਕਹਿ ਰਹੇ ਨੇ, ਬਾਦਲ ਸਾਹਿਬ ਦਾ ਕੰਟਰੋਲ ਤਾਂ ਜਾਂ ਬਾਦਲ ਫੈਮਿਲੀ ਦਾ ਕੰਟਰੋਲ ਤਾਂ ਹਟਾਉਣਾ ਚਾਹੀਦਾ ਹੈ। ਸੋ ਮੇਰੇ ਖਿਆਲ ਮੁਤਾਬਕ ਗਿਣੀ ਮਿਣੀ ਉਹਨਾਂ ਦੀ ਇਹ ਇੱਕ ਰਣਨੀਤੀ ਹੈ। ਮੈਨੂੰ ਜੋ ਲੱਗਦਾ ਹੈ ਉਹ ਰਣਨੀਤੀ ਦੇ ਤਹਿਤ ਇਹਦਾ ਫਾਇਦਾ ਉਹ ਲੈਣਾ ਚਾਹੁੰਦੇ ਨੇ, ਇਸ ਦੇ ਵਿੱਚ ਮੈਨੂੰ ਇਹ ਲੱਗਦਾ ਹੈ। ਔਰ ਇਹ ਕਿਤੇ ਨਾ ਕਿਤੇ ਥੋੜੀ ਜਾਂ ਬਹੁਤੀ ਅਕਾਲੀ ਦਲ ਬਾਦਲ ਨੂੰ ਹਿੱਟ ਵੀ ਕਰਦੀ ਹੈ, ਨੁਕਸਾਨ ਵੀ ਪਹੁੰਚਾ ਰਹੀ ਹੈ। ਸੋ ਇਸ ਗੱਲ 'ਚ ਮੈਨੂੰ ਇਹ ਲੱਗਦਾ ਜੀ। ਔਰ ਇਸ ਗੱਲ ਦੇ ਵਿੱਚ ਫਿਰ ਫਰਕ ਪੈਂਦਾ ਹੈ ਕਿ ਕੇਂਦਰ ਸਰਕਾਰ ਇੱਥੇ ਨਾ ਤਾਂ ਉਹਨਾਂ ਦੀ ਮਦਦ ਕਰਦੀ ਹੈ, ਨਾ ਕੇਂਦਰ ਸਰਕਾਰ ਚੁੱਪ ਕਰ ਜਾਂਦੀ ਹੈ। ਕੇਂਦਰ ਸਰਕਾਰ ਨੇ ਉਹਨਾਂ ਨੂੰ ਵੁਰਕੀ ਵੀ ਪਾਈ ਹੋਈ ਹੈ ਵੀ ਐਸਜੀਪੀਸੀ ਦੀਆਂ ਚੋਣਾਂ ਹੋਰ ਲਟਕਾ ਦਿੰਦੇ ਆ ਜਾਂ ਲਟਕ ਜਾਂਦੇ ਆ। ਉਹ 'ਚ ਮੈਨੂੰ ਨਹੀਂ ਪਤਾ ਉਹ ਜਾਣ ਕੇ ਕਰ ਰਹੇ ਨੇ ਜਾਂ ਕਿਸੇ ਹੋਰ ਕਾਰਨਵਸ ਹੋ ਰਿਹਾ ਹੈ, ਪਰ ਅਲਟੀਮੇਟਲੀ ਦੋਸ਼ ਕੇਂਦਰ ਸਰਕਾਰ ਤੇ ਲੱਗਦਾ ਹੈ ਕਿ ਇਹ ਜਾਣ ਬੁੱਝ ਕੇ ਡਿਲੇ ਕਰ ਰਹੇ ਨੇ, ਚੋਣਾਂ ਕਰਵਾ ਨਹੀਂ ਰਹੇ। ਸੋ ਇਸ ਕਰਕੇ ਇਹ ਸਾਰੇ ਕਾਸੇ ਦੇ ਮੈਂ ਇਹਦੇ ਅਰਥ ਏਦਾਂ ਸਮਝਦਾ ਜੀ। ਬਿਲਕੁਲ ਬਿਲਕੁਲ। ਜਦੋਂ 2024 ਦੀਆਂ ਇਲੈਕਸ਼ਨ ਸਿਰ ਤੇ ਹੋਣ ਤੇ ਇੰਡੀਆ ਨਾਂ ਦਾ ਗੱਠਜੋੜ ਬਣੇ ਤੇ ਐਨਡੀਏ ਉਹਦੀ ਵਿਰੋਧਤਾ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਵੇ, ਉਹਦੇ ਵਿੱਚ ਪੰਜਾਬ 'ਚ ਜਦੋਂ ਪੰਥਕ ਸਿਆਸਤ ਨੂੰ ਹਥਿਆਉਣ ਲਈ ਜਾਂ ਕਹਿ ਲਓ ਕਿ ਆਪਣੇ ਢੰਗ ਦੇ ਨਾਲ ਉਹਨੂੰ ਉਸ ਪਾਸੇ ਵੱਲੋਂ ਤੁਰਨ ਦੇ ਲਈ ਜਦੋਂ ਭਗਵੰਤ ਮਾਨ ਸਾਹਿਬ ਮਤਵਾਜ਼ੀ ਜਥੇਦਾਰ ਦੇ ਨੂੰ ਜਵਾਬਦੇਹ ਹੁੰਦੇ ਨੇ ਤਾਂ ਬਹੁਤ ਸਾਰੇ ਅੱਗੇ ਜਾ ਕੇ ਨਹੀਂ, ਆਪਾਂ ਇਹਦਾ ਸ਼ਬਦ ਠੀਕ ਕਰ ਲਈਏ। ਪੰਥਕ ਸਿਆਸਤ ਨੂੰ ਹਥਿਆਉਣ ਲਈ ਅਕਾਲੀ ਦਲ ਬਾਦਲ ਤਤਪਰ ਹੈ ਤੇ ਉਹਨਾਂ ਨੂੰ ਪੰਥਕ ਸਿਆਸਤ ਤੋਂ ਕੰਟਰੋਲ ਚੋਂ ਕੱਢਣ ਲਈ ਵਿਰੋਧੀ ਤਤਪਰ ਨੇ। ਆਪਾਂ ਇਹਨੂੰ ਏਦਾਂ ਕਹਿ ਲਈਏ। ਠੀਕ ਹੈ ਬਿਲਕੁਲ ਬਿਲਕੁਲ। ਤੇ ਦੂਜਾ ਮੈਂ ਇਹਨੂੰ ਤਾਂ ਅੱਗੇ ਗੱਲ ਨੂੰ ਇੱਥੇ ਮਤਲਬ ਕਿ ਮੁਕਾਉਣਾ ਚਾਹੁੰਦਾ ਸੀਗਾ ਕਿ ਮਤਵਾਜ਼ੀ ਜਥੇਦਾਰ ਜਿਹੜੇ ਧਿਆਨ ਸਿੰਘ ਮੰਡ ਨੇ, ਬਰਗਾੜੀ ਮੋਰਚੇ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ, ਉਦੋਂ ਬਹੁਤ ਸਾਰੇ ਸਵਾਲ ਉੱਠੇ ਕਿ ਕਿਹਦੇ ਨਾਲ ਗੱਲ ਹੋਈ। ਦਾਦੂਵਾਲ ਸਾਹਿਬ ਨੇ ਵੀ ਚੁੱਕੇ, ਮੁੜ ਕੇ ਅਮਰੀਕ ਸਿੰਘ ਅਜਨਾਲਾ ਹੋਰੀ ਉਹ ਵੀ ਮਤਵਾਜ਼ੀ ਜਥੇਦਾਰ ਹੁੰਦੇ ਸੀ, ਉਹ ਕਿੱਧਰ ਗਏ। ਇਹ ਸਾਰਾ ਕੁਝ ਜਦੋਂ ਖਿੰਡ-ਪੁੰਡ ਜਾਂਦਾ ਤਾਂ ਉਸ ਤੋਂ ਬਾਅਦ ਜੇ ਹੁਣ ਧਿਆਨ ਸਿੰਘ ਮੰਡ ਐਕਟਿਵ ਨੇ ਤਾਂ ਧਿਆਨ ਸਿੰਘ ਮੰਡ ਕਿਹਨਾਂ ਦੀ ਥਾਂ ਤੇ ਨੇ, ਇਹ ਵੀ ਵੱਡਾ ਸਵਾਲ ਉੱਭਰਦਾ ਹੈ ਕਿ ਜਗਤਾਰ ਸਿੰਘ ਹਵਾਰਾ ਜਿਹੜੇ ਜੇਲ੍ਹ ਵਿੱਚ ਬੰਦ ਨੇ, ਜਿਨ੍ਹਾਂ ਨੂੰ ਜਥੇਦਾਰ ਕਿਹਾ ਜਾਂਦਾ ਆ, ਜਿਹੜੀ ਇੱਕ ਧਿਰ ਉਹਨਾਂ ਨੂੰ ਜਥੇਦਾਰ ਮੰਨਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ, ਉਹਨਾਂ ਦੇ ਵੱਲੋਂ ਜਿਹੜਾ ਇਹ ਕੁਝ ਆਦੇਸ਼ ਲੈ ਕੇ ਜਾਂ ਉਹਨਾਂ ਦੀਆਂ ਚਿੱਠੀਆਂ ਲੈ ਕੇ ਅਕਸਰ ਉਹਨਾਂ ਨੂੰ ਮਿਲਦੇ ਨੇ ਅੰਦਰ ਜਾ ਕੇ। ਤੇ ਇਹ ਜਦੋਂ ਜੇ ਸਿਆਸਤ ਨੂੰ ਇਸ ਪਾਸਿਓਂ ਫਰੋਲ ਲੈਣਗੇ ਕਿ ਕੀ ਇਹ ਖਾਲਿਸਤਾਨੀ ਧਿਰਾਂ ਨਾਲ ਜੁੜ ਰਹੇ ਨੇ, ਆਮ ਆਦਮੀ ਪਾਰਟੀ ਵਾਲੇ 2024 ਦੇ ਨੂੰ ਲੈ ਕੇ ਇਦਾਂ ਦੇ ਸਵਾਲ ਹੋਰ ਅੱਗੇ ਲਿਜਾ ਕੇ ਤੋਰੇ ਜਾ ਸਕਦੇ ਨੇ ਜੇ ਵਿਰੋਧੀ ਧਿਰਾਂ ਇਹਦੇ ਵਿੱਚੋਂ ਹੋਰ ਸਿਆਸਤ ਨੂੰ ਉਭਾਰਨ ਕਿ ਜੀ ਇਹ ਸ਼ਾਇਦ ਉਸ ਪਾਸੇ ਨੂੰ ਉਭਾਰ ਰਹੇ ਨੇ ਕਿ ਦੇਖੋ ਜੀ ਇੱਕ ਨਵਾਂ ਖਤਰਾ ਪੈਦਾ ਹੋਏਗਾ। ਤਾਂ ਇਹ ਵੀ ਦੇਖਣ ਲਾਇਕ ਹੋਏਗਾ। ਮੈਂ ਪ੍ਰੋਫੈਸਰ ਸਾਹਿਬ ਇੱਥੇ ਆਖਰੀ ਸਵਾਲ ਇਹ ਕਰਾਂਗਾ ਕਿ ਇਧਰੋਂ ਤਾਂ 2024 ਆ,
ਉਧਰੋਂ ਐਨਡੀਏ ਦੀ ਘਬਰਾਹਟ ਆ, ਇਧਰੋਂ ਆਮ ਆਦਮੀ ਪਾਰਟੀ ਹੈ, ਇਹ ਵੀ ਐਕਟਿਵ ਨੇ ਕਿ ਸਾਨੂੰ ਪ੍ਰਧਾਨ ਮੰਤਰੀ ਕੁਰਸੀ ਤੱਕ ਬੜਾ ਜ਼ੋਰ ਲਾਇਆ ਸੀਗਾ, ਅੱਜ ਵੀ ਜ਼ੋਰ ਲਾ ਰਹੇ ਨੇ ਕਿ ਸ਼ਾਇਦ ਦਾਅ ਲੱਗ ਜੇ, ਕੇਜਰੀਵਾਲ ਸਾਹਿਬ ਨੂੰ ਬਹਾ ਦਈਏ। ਇਹਨਾਂ ਦਾ ਗ੍ਰਹਿ ਜ਼ਿਲ੍ਹਾ ਜਿਹੜਾ ਆਪਣਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਉਹਨਾਂ ਦੀ ਜਨਮ ਭੂਮੀ ਹੈ ਹਰਿਆਣਾ, ਉੱਥੇ ਕਾਫੀ ਐਕਟਿਵ ਨੇ ਕਿ ਉੱਥੇ ਸ਼ਾਇਦ ਇਹਨਾਂ ਦੇ ਪੈਰ ਲੱਗ ਜਾਣ। ਮੁੱਖ ਮੰਤਰੀ ਭਗਵੰਤ ਮਾਨ ਵੀ ਜਾਂਦੇ ਨੇ, ਨਾਲ ਹੀ ਆਪਣੇ ਤੁਰ ਪੈਂਦੇ ਨੇ ਜਦੋਂ ਵੀ ਜੀ ਕਰਦਾ, ਕੋਈ ਵੱਡੀ ਰੈਲੀ ਹੋਵੇ ਜਾਂ ਜਿਸ ਵੀ ਢੰਗ ਦੇ ਨਾਲ ਉੱਥੇ ਕੇਜਰੀਵਾਲ ਸਾਹਿਬ ਸੱਦਾ ਦੇ ਦੇਣ, ਉਹ ਬੜੇ ਐਕਟਿਵ ਰਹਿੰਦੇ ਨੇ। ਉੱਥੇ ਰਾਮ ਰਹੀਮ ਜਿਹੜੇ ਜੇਲ੍ਹ ਦੇ ਵਿੱਚ ਹੈ, ਉਹ ਹੁਣ ਫੇਰ ਇੱਕ ਵਾਰ ਪੈਰੋਲ ਤੇ ਆ ਰਹੇ, 7ਵੀਂ ਵਾਰ ਇਹ ਪੈਰੋਲ ਹੈ। ਪਹਿਲਾਂ 40 ਦਿਨਾਂ ਦੀ ਰਹਿੰਦੀ ਰਹੀ ਹੈ, ਜਾਂ ਹੁਣ ਜਿਹੜੀ ਆ ਉਹ 30 ਦਿਨਾਂ ਦੀ ਪੈਰੋਲ ਹੋਣੀ ਹੈ। ਉਹਨੂੰ ਲੈ ਕੇ ਬਹੁਤ ਚਰਚਾ, ਅਕਾਲੀ ਦਲ ਦੇ ਵੀ ਰਿਐਕਸ਼ਨ ਆ ਰਹੇ ਨੇ, ਸ਼੍ਰੋਮਣੀ ਕਮੇਟੀ ਦੇ ਵੀ ਆ ਰਹੇ ਨੇ, ਜਾਂ ਜਿਨ੍ਹਾਂ ਦੇ ਪਰਿਵਾਰ ਪੀੜਤ ਨੇ ਉਹ ਵੀ ਆ ਰਹੇ ਨੇ। ਸਾਰੇ ਇਲਜ਼ਾਮ ਜਿਹੜੀ ਉਂਗਲ ਆ ਉਹ ਬੀਜੇਪੀ ਵੱਲ ਨੂੰ ਉੱਠ ਰਹੀ ਆ। ਉਹ ਤਾਂ ਕਹਿੰਦੇ ਕਿ ਮਾਣਯੋਗ ਹਾਈ ਕੋਰਟ ਦੇ ਵਿੱਚ ਅਸੀਂ ਪਿਛਲੀ ਵਾਰੀ ਪਟੀਸ਼ਨ ਪਾਈ ਸੀ ਕਿ ਇਹਦੀ ਜਿਹੜੀ ਵਾਰ-ਵਾਰ ਪੈਰੋਲ ਹੁੰਦੀ ਹੈ ਰਾਮ ਰਹੀਮ ਦੀ, ਤੇ ਰੋਕ ਲੱਗੇ, ਪਰ ਉਹਦੇ ਵਿੱਚ ਕਹਿੰਦੇ ਜਿਹੜਾ ਬੈਂਚ ਸੀਗਾ, ਉਹਨਾਂ ਦੇ ਜਿਹੜੇ ਜੱਜ ਸਾਹਿਬਾਨ ਨੇ ਉਹਨਾਂ ਦਾ ਤਬਾਦਲਾ ਹੋਇਆ, ਜਾਂ ਕੁਝ ਜਿਹੜੇ ਰਿਟਾਇਰ ਹੋ ਗਏ, ਇਸ ਕਰਕੇ ਉਹ ਹਾਲੇ ਉੱਥੇ ਦੀ ਉੱਥੇ ਹੈ, ਪਰ ਉਹ ਗਾਂਹ ਤੁਰੇਗੀ। ਤੇ ਇਸ ਨੂੰ ਕਿਸ ਸੰਦਰਭ 'ਚ ਦੇਖਿਆ ਜਾਵੇ ਕਿ ਜੇ ਰਾਮ ਰਹੀਮ ਆਉਂਦਾ ਆ, ਉਹ ਹਰਿਆਣੇ ਦੀ ਸਿਆਸਤ ਤੇ ਕੀ ਅਸਰ ਪਾਉਂਦਾ, ਉਹ ਪੰਜਾਬ ਦੀ ਸਿਆਸਤ ਤੇ ਕੀ ਪਾਉਂਦਾ। ਉਹਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ 2024 ਦੀ ਜਿਹੜੀ ਪੰਜਾਬ ਦੀ ਇਲੈਕਸ਼ਨ ਸੀ, ਜਿਹੜੀਆਂ 92 ਸੀਟਾਂ ਆਈਆਂ, ਬਹੁਤਾ ਅਸਰ ਅੰਦਾਜ਼ ਨਹੀਂ, ਉਹ ਬਦਲਾਅ ਇੱਕ ਲੋਕਾਂ ਦੀ ਮਾਨਸਿਕਤਾ, ਲੋਕਾਂ ਦਾ ਗੁੱਸਾ ਜਿਹੜਾ ਸੀਗਾ, ਉਹਦੇ 'ਚ ਉਹਦਾ ਅਸਰ ਨਿਕਲਿਆ। ਕੀ ਰਾਮ ਰਹੀਮ ਹੁਣ ਫੇਰ ਇਫੈਕਟਿਵ ਹੋਣ ਵਾਲਾ ਹਰਿਆਣੇ ਦੇ ਵਿੱਚ ਜਾਂ ਕਿਤੇ ਵੀ ਅੱਗੇ 2024 ਦੀ ਇਲੈਕਸ਼ਨ 'ਚ? ਇਹ ਹੋ ਸਕਦਾ ਹੈ, ਇਹ ਹੋ ਸਕਦਾ ਹੈ, ਪਰੰਤੂ ਜਿਹੜੀ ਪਿਛਲੀ ਪੋਜੀਸ਼ਨ ਹੈ ਉਸ ਦੇ ਵਿੱਚ ਸੁਖਵਿੰਦਰ ਪੰਜਾਬ 'ਚ ਵੀ ਹਰਿਆਣੇ 'ਚ ਵੀ ਇੱਕ ਗੱਲ ਸਾਬਤ ਹੋ ਚੁੱਕੀ ਕਿ ਕੁਝ ਪਰਸੈਂਟੇਜ ਜਿਹੜੀ ਵੋਟ ਹੈ ਨੋਮੀਨਲ ਹੈ, ਬਹੁਤ ਥੋੜੀ ਪਰਸੈਂਟੇਜ ਵੋਟ ਹੈ ਜਿਹੜੀ ਰਾਮ ਰਹੀਮ ਦੇ ਕਹੇ ਤੋਂ ਪੈਂਦੀ ਹੈ। ਜਿਸ ਕਿਸਮ ਨਾਲ ਉਹ ਕਲੇਮ ਕਰਦੇ ਨੇ ਕਿ ਸਾਡਾ ਇੰਨਾ ਮੈਂਬਰਸ਼ਿਪ ਹੈ, ਸਾਡੇ ਇੰਨੇ ਅਨੁਯਾਈ ਨੇ, ਇੰਨੇ ਸਾਡੇ ਸ਼ਰਧਾਲੂ ਨੇ, ਉਹ ਵੋਟ ਇਨ ਬਲੌਕ ਪੈਂਦੀ ਨਹੀਂ ਹੈਗੀ। ਇਹ ਗੱਲ ਸੱਚ ਹੈ। ਪਿਛਲੀ ਵਾਰ ਵੀ ਰਾਮ ਰਹੀਮ ਤੋਂ ਇਹ ਤਵੱਕੋ ਕੀਤੀ ਜਾਂਦੀ ਸੀ, ਜਾਂ ਇਹ ਮੀਡੀਆ 'ਚ ਚਰਚਾ ਸੀ ਕਿ ਉਹ ਬੀਜੇਪੀ ਦੀ ਹਮਾਇਤ ਕਰਨਗੇ, ਪਰੰਤੂ ਕਿਉਂਕਿ ਉਹ ਚਟਾਲਿਆਂ ਦੇ ਬਿਲਕੁਲ ਖਿਲਾਫ ਨੇ। ਪਰੰਤੂ ਬੀਜੇਪੀ ਨੂੰ ਪਿਛਲੀ ਵਾਰ ਵੀ ਇਹ ਤਾਂ ਠੀਕ ਹੈ ਕਿ ਚਟਾਲਿਆਂ ਨਾਲ ਰਲ ਕੇ ਸਰਕਾਰ ਬਣ ਗਈ, ਬੀਜੇਪੀ ਨੂੰ ਤਾਂ ਮੈਜੋਰਿਟੀ ਮਿਲੀ ਨਹੀਂ। ਇਸ ਤਰ੍ਹਾਂ ਹੀ ਪੰਜਾਬ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਜਿੱਥੇ ਜਿੱਥੇ ਰਾਮ ਰਹੀਮ ਦਾ ਆਪਣਾ ਪ੍ਰਭਾਵ ਕਹਾਉਂਦੇ ਸੀ, ਉਹ ਉਸ ਕਿਸਮ ਨਾਲ ਵੋਟ ਪੈਟਰਨ ਨਹੀਂ ਰਿਹਾ। ਸੋ ਇਸ ਕਰਕੇ ਇਹਦਾ ਮੈਨੂੰ ਇੱਕ ਦੂਸਰਾ ਪੱਖ ਲੱਗਦਾ ਹੈ ਕਿ ਜਦੋਂ ਰਾਮ ਰਹੀਮ ਸੀਨ ਤੇ ਆਉਂਦੇ ਨੇ ਤਾਂ ਇੱਕ ਵੋਟ ਉਹਨਾਂ ਦੇ ਵਿਰੋਧ 'ਚ ਵੀ ਦੂਜੇ ਪਾਸੇ ਪੈਂਦਾ ਹੈ। ਮੈਨੂੰ ਇਹ ਲੱਗ ਰਿਹਾ ਕਿ ਜੇ ਮਤਲਬ ਉਹ ਕਿਸੇ ਪਾਸੇ 5-4% ਵੋਟ ਪਾਉਂਦੇ ਨੇ ਤਾਂ 5-4% ਵੋਟ ਰਿਟੈਲੀਏਸ਼ਨ 'ਚ ਉਹਨਾਂ ਦੇ ਵਿਰੋਧ 'ਚ ਵੀ ਪੈ ਜਾਂਦਾ ਹੈ। ਪਰੰਤੂ ਇਹ ਸਰਕਾਰਾਂ ਦੀ ਚਾਲ ਹੈ, ਉਹਨਾਂ ਨੂੰ ਲੱਗ ਰਿਹਾ ਹੈ ਕਿ ਇਹਨਾਂ ਦੇ ਅਨੁਯਾਈ ਹੈਗੇ ਨੇ, ਜਿਵੇਂ ਉਹ ਕਲੇਮ ਕਰਦੇ ਨੇ। ਮੇਰਾ ਪਰਸਨਲ ਵਿਊ ਇਹ ਹੈ ਕਿ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਐਨਾਲਿਸਿਸ ਆਏ ਨੇ, ਉਹਨਾਂ 'ਚ ਉਹ ਐਮਐਲਏ ਦੀਆਂ 5-5, 4-4 ਸੀਟਾਂ ਤੋਂ ਬਿਨਾਂ ਵੱਧ ਪ੍ਰਭਾਵਿਤ ਨਹੀਂ ਕਰ ਰਹੇ। ਉਹ ਕਿਸੇ ਵਜ੍ਹਾ ਨਾਲ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਬਣੀ, ਉਦੋਂ ਪ੍ਰਭਾਵ ਬੜਾ ਬਣਿਆ ਕਿ ਸ਼ਾਇਦ ਇਹ ਰਾਮ ਰਹੀਮ ਕਾਰਨ ਜਿੱਤ ਗਏ ਜੀ। ਪਰੰਤੂ ਅਗਲੀ ਵਾਰੀ ਉਹ ਸਾਫ਼ ਹੋ ਗਿਆ ਕਿ ਨਹੀਂ, ਉਹਨਾਂ ਦੇ ਕਹਿਣ ਦੇ ਬਾਵਜੂਦ ਵੀ, ਉਹਨਾਂ ਦੇ ਐਲਾਨ ਕਰਨ ਦੇ ਬਾਵਜੂਦ ਵੀ ਰਿਜ਼ਲਟ ਉਸ ਕਿਸਮ ਨਾਲ ਨਹੀਂ ਆਏ। ਅਕਾਲੀ ਦਲ ਦੇ ਮਾਫੀ ਦੇਣ ਦੇ ਬਾਵਜੂਦ ਵੀ ਉਹ ਰਿਜ਼ਲਟ ਉਸ ਕਿਸਮ ਦੇ ਨਹੀਂ ਆਏ ਜਿੱਦਾਂ ਦੀ ਤਵੱਕੋ ਉਹ ਤੋਂ ਕੀਤੀ ਜਾ ਸਕਦੀ ਸੀ। ਸੋ ਉਹਨਾਂ ਦੇ ਅੰਦਰ ਜਾਣ ਤੋਂ ਬਾਅਦ ਪਰ ਇਹ ਗੱਲ ਨਾਲ ਮੈਂ ਤੁਹਾਡੀ ਨਾਲ ਸਹਿਮਤ ਹਾਂ ਵੀ ਜੇਕਰ ਸਰਕਾਰ, ਦੇਖੋ ਇਹ ਜੁਡੀਸ਼ਰੀ ਨੇ ਨਹੀਂ ਦੇਣੀ ਹੁੰਦੀ ਪੈਰੋਲ ਹੈ ਜਿਹੜੀ, ਇਹ ਸਟੇਟ ਗਵਰਨਮੈਂਟ ਤੇ ਕਾਫੀ ਨਿਰਭਰ ਕਰਦਾ ਹੈ। ਸੋ ਪੈਰੋਲ ਦੇਣ ਵਿੱਚ ਸਟੇਟ ਗਵਰਨਮੈਂਟ ਦਾ ਜਿਹੜਾ ਰੋਲ ਹੈ ਉਹ ਕੁਦਰਤੀ ਹੈ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਤਾ ਕਿ ਸਰਕਾਰ ਦਾ ਕੋਈ ਵੀ ਕੰਮ ਗੈਰ ਰਾਜਨੀਤਿਕ ਨਹੀਂ ਹੁੰਦਾ। ਉਹ ਹਰ ਇੱਕ ਕੰਮ ਚੋਂ ਆਪਣੇ ਰਾਜਨੀਤਿਕ ਅਰਥ ਕੱਢਦੇ ਨੇ। ਇਹ ਸੱਚ ਹੈ ਕਿ ਰਾਜਨੀਤਿਕ ਤੌਰ ਤੇ ਗਿਣਤੀ ਮਿਣਤੀ ਕਰਨ ਕਰਕੇ ਉਹਨਾਂ ਨੇ ਇਸ ਚੀਜ਼ ਨੂੰ ਜ਼ਰੂਰ ਹਾਈਲਾਈਟ ਕੀਤਾ ਹੋਏਗਾ। ਔਰ ਇਹਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਇਹਦਾ ਕੋਈ ਫਾਇਦਾ ਰਿਟੈਲੀਏਸ਼ਨ 'ਚ ਅਕਾਲੀ ਦਲ ਨੂੰ ਮਿਲੇ, ਕਿਉਂਕਿ ਜਿਹੜਾ ਉਹ ਵੋਟ ਹੈ ਨਾ, ਉਹ ਜ਼ਰੂਰੀ ਨਹੀਂ, ਜਿਹੜਾ ਰਾਮ ਰਹੀਮ ਦੇ ਉਲਟ ਵੋਟ ਹੈ, ਉਹ ਜ਼ਰੂਰੀ ਨਹੀਂ ਕਿ ਕਾਂਗਰਸ ਨੂੰ ਪਵੇ, ਉਹ ਜ਼ਰੂਰੀ ਨਹੀਂ ਕਿ ਬੀਜੇਪੀ ਨੂੰ ਪਵੇ। ਉਹ ਅਲਟੀਮੇਟਲੀ ਸਿੱਖ ਵਿਚਾਰਧਾਰਾ ਨਾਲ ਜੁੜੂਗਾ, ਜਿਹੜਾ ਵਿਰੋਧ 'ਚ ਪਊਗਾ, ਉਹਦਾ ਫਾਇਦਾ ਕੋਈ ਅਕਾਲੀ ਦਲ ਨੂੰ ਮਿਲ ਸਕਦਾ ਹੈ। ਹੁਣ ਇਹ ਮੈਨੂੰ ਨਹੀਂ ਪਤਾ ਕਿ ਅਕਾਲੀ ਦਲ ਨਾਲ ਮਿਲ ਕੇ ਹੀ ਕੁਝ ਹੋ ਰਿਹਾ ਹੈ
ਜਾਂ ਆਪਣੇ ਤੌਰ ਤੇ ਹਰਿਆਣਾ ਸਰਕਾਰ ਕਰ ਰਹੀ ਹੈ, ਇਦਾਂ ਦੀਆਂ ਅਜੇ ਕੋਈ ਖਬਰਾਂ ਨਿਕਲ ਕੇ ਨਹੀਂ ਆਈਆਂ ਜਿਹੜੀਆਂ ਤੇ ਆਪਾਂ ਕੋਈ ਕਮੈਂਟ ਕਰ ਸਕੀਏ ਜੀ। ਬਿਲਕੁਲ ਬਿਲਕੁਲ, ਜਿੱਥੇ ਇੱਕ ਪਾਸੇ ਆਸਾ ਰਾਮ ਵਰਗੇ, ਬਾਪੂ ਆਸਾ ਰਾਮ ਜਿਹਨੂੰ ਕਿਹਾ ਜਾਂਦਾ ਸੀ, ਉਹ ਜ਼ਮਾਨਤ ਨੂੰ ਤਰਸ ਰਹੇ ਨੇ, ਤਾਂ ਰਾਮ ਰਹੀਮ ਵਰਗਿਆਂ ਨੂੰ ਜ਼ਮਾਨਤ ਲਗਾਤਾਰ ਪੈਰੋਲ ਦੇ ਉੱਤੇ ਲਗਾਤਾਰ ਭੇਜ ਦਿੱਤਾ ਜਾਂਦਾ ਆ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਲੋਕ ਵੀ ਸੋਚ ਲੈਣ ਕਿ ਹੁਣ ਗਾਂਹ ਸਿਆਸਤ ਕਿਵੇਂ ਚੱਲ ਰਹੀ ਹੈ ਕਿ ਔਰ ਉਹ ਪੈਰੋਲ 1 ਸਾਲ 'ਚ ਕਈ ਵਾਰੀ, ਜਦੋਂ ਇਹ ਇੱਕ ਸਮਾਂ ਸੀ, ਮੈਂ ਉਹ ਪਿੱਛੇ ਚੈਲੰਜ ਵੀ ਹੋਈ ਸੀ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਆਇਆ, ਉਹ ਚੈਲੰਜ ਵੀ ਕੀਤੇ ਜਾਂਦੇ ਵੀ ਕੋਈ ਲਿਮਟ ਤਾਂ ਦੱਸੋ ਵੀ 1 ਸਾਲ 'ਚ ਕਿੰਨੇ ਵਾਰੀ ਦਿੱਤੀ ਜਾ ਸਕਦੀ ਹੈ। ਹਾਂਜੀ, ਉਹ ਜਨਵਰੀ ਦੇ ਵਿੱਚ ਦਿੱਤੀ ਗਈ ਸੀ ਜ਼ਮਾਨਤ ਇਸੇ ਸਾਲ, ਉਹ ਸੀਗੀ 40 ਦਿਨਾਂ ਦੀ ਪੈਰੋਲ, ਮਾਫ ਕਰਨਾ, ਪੈਰੋਲ ਜਿਹੜੀ ਹੈ ਜਨਵਰੀ ਦੇ ਵਿੱਚ ਦਿੱਤੀ ਗਈ ਸੀਗੀ ਇਸੇ ਸਾਲ। ਤੇ ਉਹ ਇਸੇ ਕਰਕੇ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਗਏ, ਉਹ ਹਾਲੇ ਚੱਲ ਰਿਹਾ ਆ। ਪਰ ਜਦੋਂ ਬਾਪੂ ਆਸਾ ਰਾਮ ਵਰਗੇ ਤਰਸਦੇ ਨੇ ਕਿ ਸਾਨੂੰ ਵੀ ਕਿਤੇ ਪੈਰੋਲ ਤੇ ਰਹੀਮ ਨੂੰ ਜਿਸ ਤਰੀਕੇ ਨਾਲ ਘੱਲਿਆ ਜਾਂਦਾ ਆ। ਇੱਕ ਵੈਬ ਸੀਰੀਜ਼ ਆਈ ਹੈ ਸਿਰਫ ਇੱਕ ਬੰਦਾ ਕਾਫੀ ਹੈ, ਮਨੋਜ ਵਾਜਪਾਈ ਉਹਨਾਂ ਨੇ, ਉਹ ਸਾਰਾ ਜਿਹੜਾ ਕੋਰਟ ਦੇ ਅੰਦਰ ਜੋ ਵੀ ਟਰਾਇਲ ਹੋਇਆ ਆਸਾ ਰਾਮ ਨੂੰ ਲੈ ਕੇ, ਉਹ ਤੁਸੀਂ ਦੇਖਿਓ। ਤੋਂ ਕਾਫੀ, ਜਿਹੜਾ ਮੈਂ ਦਰਸ਼ਕਾਂ ਨੂੰ ਵੀ ਕਹਿਣਾ ਕਿ ਉਹ ਕਾਫੀ ਕੁਝ ਉਹ ਤੋਂ ਦੇਖਣ ਨੂੰ ਮਿਲੇਗਾ। ਗਾਂਹ ਜਾ ਕੇ ਇੱਕ ਹੋਰ ਸਿਆਸਤ ਆਏਗੀ, ਉਹ ਤੇ ਅਸੀਂ ਇੱਕ ਵੱਖਰਾ ਪ੍ਰੋਗਰਾਮ ਕਰਾਂਗੇ। ਉਹ ਆ ਕਿ ਜਿਹੜਾ ਰਾਮ ਜਨਮ ਭੂਮੀ ਹੈ ਉਹਦੇ ਕੋਰਟ ਟਰਾਇਲ ਨੂੰ ਲੈ ਕੇ ਇੱਕ ਮੂਵੀ ਆ ਰਹੀ ਹੈ, ਉਹ 'ਚ ਸਨੀ ਦਿਓਲ ਤੇ ਸੰਜੇ ਦੱਤ ਹੋਰਾਂ ਦਾ ਰੋਲ ਅਹਿਮ ਹੋਏਗਾ। ਸਨੀ ਦਿਓਲ ਜਿਹੜੇ ਨੇ ਰਾਮ ਜਨਮ ਭੂਮੀ ਵਾਲਿਆਂ ਵੱਲੋਂ ਹੋਣਗੇ, ਤੇ ਦੂਜੇ ਬਾਕੀ ਜਿਹੜੇ ਮਸਜਿਦ ਵਾਲਿਆਂ ਵੱਲੋਂ, ਮੁਸਲਿਮ ਭਾਈਚਾਰੇ ਵੱਲੋਂ ਉਹ ਵਕੀਲ ਹੋਣਗੇ। ਉਹ ਕਾਫੀ ਦਿਲਚਸਪ ਹੋਏਗਾ। ਤੇ ਜਿਵੇਂ ਇਹਨਾਂ ਨੇ ਕਸ਼ਮੀਰ ਫਾਈਲਸ ਨੂੰ ਅੱਗੇ ਜਾ ਕੇ ਜਿਵੇਂ ਉਹਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ, ਐਵੇਂ ਹੁਣ ਏਦਾਂ ਤੁਹਾਨੂੰ ਜਿਹੜਾ ਇੱਕ ਫਿਲਮਾਂਕਣ ਤੁਹਾਡੇ ਸਾਹਮਣੇ ਪੇਸ਼ ਕਰਕੇ ਉਹਦੇ ਜ਼ਰੀਏ ਲੋਕ ਇਹ ਸਿਆਸਤਦਾਨ ਚਾਹੁੰਦੇ ਨੇ ਕਿ ਅਸੀਂ ਲੋਕਾਂ ਨੂੰ ਭਰਮਾਈਏ। ਇਹ ਹੁਣ ਤੁਸੀਂ ਦੇਖਣਾ ਕਿ ਤੁਸੀਂ ਸੁਚੇਤ ਰਹਿਣਾ ਕਿ ਨਹੀਂ ਰਹਿਣਾ। ਆਪਣੇ ਵਿਚਾਰ ਜਿਹੜੇ ਨੇ ਉਹ ਪੰਜਾਬੀ ਦੇ ਵਿੱਚ ਹੇਠਾਂ ਜ਼ਰੂਰ ਕਰਿਓ, ਤਾਂ ਕਿ ਉਹ ਵੱਧ ਤੋਂ ਵੱਧ ਲੋਕ ਪੜ੍ਹ ਵੀ ਸਕਣ, ਅਸੀਂ ਵੀ ਪੜ੍ਹੀਏ। ਤੇ ਥੋੜਾ ਸੁਚੇਤ ਰਹਿਣ ਦੀ ਲੋੜ ਹੈ। 2024 ਦੀ ਇਲੈਕਸ਼ਨ ਸਿਰ ਦੇ ਉੱਤੇ ਹੈ। ਸਿਆਸੀ ਪਾਰਟੀਆਂ ਕਿਵੇਂ ਤੁਹਾਡੇ ਜਿਹੜੇ ਅਰਮਾਨ ਨੇ ਉਹਨਾਂ ਨਾਲ ਖੇਡਦੀਆਂ ਨੇ। ਮੈਨੂੰ ਇਜਾਜ਼ਤ ਦਿਓ। ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।